ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾ, ਹਿਰਦੈ ਧਿਆਵਾ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਪਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦਮ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਅਪਰ ਲੋਕ ਸੁਨ ਕਰ ਬਹੁ ਆਏ। ਮਿਲੈ ਭਾਉ ਧਰ ਹਰਖ ਬਢਾਏ। ਬੈਠ ਗਏ ਸਭ ਤਿਸ ਹੀ ਥਾਈ। ਚਹੁ ਦਿਸ਼ ਮਧ ਬੇਦੀ ਕੁਦਰਾਈ। ਅਪਰ ਲੋਕ ਸੁਨ ਕਰ ਬਹੁ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਕੇ ਵਾਲੀ, ਦੀਨਾ ਬੰਧੂ ਭਗਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਸੰਧਿਆ ਦੇ ਦੀਵਾਨ ਸਜ ਰਹੇ ਨੇ। ਦੀਵਾਨਾਂ ਦੇ ਅੰਦਰ ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ। ਸੋ ਆਓ ਗੁਰੂ ਕੇ ਸਿੱਖੋ, ਜਿਤਨੇ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਅਸੀਂ ਸਾਰੇ ਸਤਿਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤਮਈ ਜਸ ਸ਼ਰਵਣ ਕਰਕੇ
ਆਪ ਦੇ ਇਸ ਅਮੋਲਕ ਜੀਵਨ ਦੇ ਸਵਾਸਾਂ ਨੂੰ ਸਫਲਿਆਂ ਕਰੀਏ। ਸੋ ਜਿਸ ਪ੍ਰਕਾਰ ਅਸੀਂ ਪਿਛਲੇ ਦੀਵਾਨਾਂ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੁਣ ਰਹੇ ਸਾਂ ਕਿ ਸਤਿਗੁਰੂ ਜੀ ਆਪ ਦੇ ਪਿੰਡ ਤਲਵੰਡੀ ਵਿਖੇ ਆਏ ਨੇ, ਪਰ ਆਪ ਦੇ ਘਰ ਨਾ ਗਏ। ਬਾਬਾ ਚੰਦਰਭਾਨ, ਜੋ ਕਿ ਬਾਬਾ ਭਾਈ ਬਾਲਾ ਜੀ ਦੇ ਪਿਤਾ ਜੀ ਦਾ ਨਾਮ ਹੈ, ਉਹਨਾਂ ਦੇ ਖੂਹ 'ਤੇ ਹੀ ਸਤਿਗੁਰੂ ਬੈਠ ਗਏ। ਮਰਦਾਨਾ ਜੀ ਆਪ ਦੇ ਘਰੇ ਗਏ, ਪਰਿਵਾਰ ਨੂੰ ਮਿਲੇ ਨੇ। ਸਤਿਗੁਰਾਂ ਨੇ ਕਿਹਾ, ਮੋਹ ਦੇ ਕਰਕੇ ਘਰੇ ਨਾ ਟਿਕ ਜਾਣਾ, ਵਾਪਸ ਛੇਤੀ ਛੇਤੀ ਆ ਜਾਇਓ। ਮਰਦਾਨਾ ਜੀ ਆਪ ਦੇ ਪਰਿਵਾਰ ਨੂੰ ਮਿਲ ਕੇ ਕੁਝ ਸਮਾਂ ਘਰੇ ਵਚਨ ਵਿਲਾਸ ਕਰਕੇ ਸੰਬੰਧੀਆਂ ਨੂੰ ਮਿਲਣ ਤੋਂ ਬਾਅਦ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਗਏ ਨੇ। ਜਾਂਦੇ ਸਾਰ ਮਾਤਾ ਤ੍ਰਿਪਤਾ ਜੀ ਇਕੱਲੇ ਨੇ ਘਰ, ਸਰੀਰ ਬਿਰਧ ਹੈ, ਬੁਢੇਪਾ ਸਰੀਰ ਵਿੱਚ ਆਇਆ ਹੈ। ਮਰਦਾਨੇ ਨੂੰ ਦੇਖ ਕੇ ਮਾਤਾ ਜੀ ਦੀ ਹਾਲਤ ਜੋ ਹੋਈ ਹੋਵੇਗੀ ਆਪ ਸਮਝ ਸਕਦੇ ਹੋ। 12 ਸਾਲ ਸਤਿਗੁਰੂ ਘਰ ਨਾ ਆਏ। ਅੱਜ ਮਰਦਾਨੇ ਨੂੰ ਦੇਖ ਕੇ ਮਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੋਇਆ ਹੈ, ਹੁਲਾਸ ਉੱਠਿਆ ਚਿੱਤ ਵਿੱਚ ਕਿ ਜੇ ਮਰਦਾਨਾ ਆਇਆ, ਮੇਰਾ ਪੁੱਤਰ ਨਾਨਕ ਵੀ ਆਇਆ ਹੋਏਗਾ। ਮਰਦਾਨੇ ਨੂੰ ਮਾਤਾ ਜੀ ਨੇ ਗਲਵੱਕੜੀ ਵਿੱਚ ਲਿਆ ਹੈ। ਪੁੱਤਰ ਹੀ ਜਾਣਿਆ ਆਪਦਾ ਕਿ ਮੇਰੇ ਪੁੱਤਰ ਦਾ ਦੋਸਤ ਹੈ, ਉਹਦਾ ਭਾਈ ਹੈ। ਇਸ ਵਾਸਤੇ ਮਾਤਾ ਪੁੱਛਦੀ ਹੈ, ਮਰਦਾਨੇ ਮੇਰਾ ਨਾਨਕ ਕਿੱਧਰ ਹੈ? ਔਰ ਸਤਿਗੁਰੂ ਜੀ ਬਾਰੇ ਮਰਦਾਨਾ ਕੀ ਦੱਸੇ, ਕਿਉਂਕਿ ਮਰਦਾਨਾ ਜੀ ਨੂੰ ਸਤਿਗੁਰੂ ਜੀ ਨੇ ਪਹਿਲੇ ਹੀ ਕਰੜਾ ਕਰਕੇ ਭੇਜਿਆ ਸੀ ਕਿ ਜੇਕਰ ਮੇਰੇ ਬਾਰੇ ਕੋਈ ਪੁੱਛੇ ਸਾਫ਼ ਮੁੱਕਰ ਜਾਇਓ, ਆਖਿਓ ਮੈਨੂੰ ਪਤਾ ਹੀ ਕੁਛ ਨਹੀਂ ਹੈ। ਮਰਦਾਨੇ ਨੇ ਕਿਹਾ, ਮਹਾਰਾਜ ਜੀ, ਇਹ ਮਾਤਾ ਜੀ ਮੈਨੂੰ ਪਤਾ ਨਹੀਂ ਸਤਿਗੁਰੂ ਨਾਨਕ ਦੇਵ ਕਿੱਥੇ ਨੇ। ਮਾਤਾ ਜੀ ਨੇ ਬਹੁਤ ਜ਼ਿਆਦਾ ਉਹਨੂੰ ਕਿਹਾ ਹੈ ਵੀ ਦੱਸ ਦੇ, ਪਰ ਮਰਦਾਨਾ ਜੀ ਕਿਵੇਂ ਦੱਸਣ? ਸਤਿਗੁਰਾਂ ਦਾ ਬਚਨ ਆ ਕੇ ਦੀਵਾਰ ਬਣ ਕੇ ਖਲੋਤਾ ਹੈ, ਅੱਗੇ ਦੱਸਿਆ ਨਹੀਂ ਜਾਂਦਾ ਹੈ। ਮਾਤਾ ਜੀ ਫਿਰ ਪੁੱਛਦੇ ਹੈ, ਅੱਛਾ ਤੈਨੂੰ ਕਿੱਥੇ ਮਿਲਿਆ ਸੀ ਉਹ? ਤੇ ਮਰਦਾਨਾ ਜੀ ਨੇ ਆਖਿਆ ਕਿ ਜਦੋਂ ਸੁਲਤਾਨਪੁਰ ਲੋਧੀ ਰਹਿੰਦੇ ਸੀ ਨਾ ਅਸੀਂ, ਜਦੋਂ ਸਤਿਗੁਰੂ ਜੀ ਮੋਦੀ ਦੀ ਕਾਰ ਕਰਦੇ ਸਨ, ਉਦੋਂ ਅਸੀਂ ਇਕੱਠੇ ਸਾਂ। ਉਸ ਤੋਂ ਬਾਅਦ ਪਤਾ ਨਹੀਂ ਜਦੋਂ ਤੋਂ ਵੇਈ 'ਚ ਪ੍ਰਵੇਸ਼ ਹੋਏ, ਬਾਅਦ ਵਿੱਚ ਉਹ ਵਾਪਸ ਨਾ ਆਏ। ਉਹਨਾਂ ਬਾਰੇ ਜਦੋਂ ਵਾਪਸ ਆਏ ਸੀ 2-3 ਦਿਨਾਂ ਬਾਅਦ, ਅਤੇ ਉਸ ਤੋਂ ਬਾਅਦ ਉਹਨਾਂ ਦਾ ਕੁਛ ਚਿਹਰਾ ਮੋਹਰਾ ਬਦਲਿਆ ਸੀ। ਉਹ ਨਾ ਰਹੇ ਜੋ ਪਹਿਲਾਂ ਸੀ, ਅਤੇ ਫਿਰ ਸਾਡੇ ਨਾਲ ਉਹਨਾਂ ਦਾ ਤਾਲੁਕ ਖਤਮ ਹੋ ਗਿਆ। ਇਹ ਮਰਦਾਨਾ ਜੀ ਮਜਬੂਰਨ ਝੂਠ ਬੋਲਦੇ ਪਏ ਨੇ, ਕਿਉਂਕਿ ਮਜਬੂਰੀ ਹੈ। ਜੇ ਕਹਿ ਦੇਣ ਕਿ ਸਤਿਗੁਰੂ ਜੀ ਪਿੰਡ ਹੀ ਹੈ, ਫਿਰ ਸਤਿਗੁਰਾਂ ਦਾ ਡਰ ਹੈ, ਭੈ ਹੈ, ਸਤਿਗੁਰਾਂ ਤੋਂ ਕਿੱਥੇ ਬਚ ਕੇ ਜਾਵਾਂਗਾ। ਮਰਦਾਨਾ ਝੂਠ ਬੋਲਦਾ ਰਿਹਾ। ਪਰ ਮਾਤਾ ਜੀ ਸਤਿਗੁਰਾਂ ਦੀ ਮਾਤਾ ਨੇ ਫਿਰ ਕੁਛ ਨਾ ਕੁਛ ਤੇ ਇਹਨਾਂ 'ਤੇ ਗਿਆਨ ਹੋਣਾ ਸੁਭਾਵਿਕ ਹੈ। ਮਾਤਾ ਨਹੀਂ ਮੰਨਦੀ ਹੈ। ਮਾਤਾ ਦੇ ਮਨ ਵਿੱਚ ਹੈ ਕਿ ਜ਼ਰੂਰ ਮੇਰਾ ਪੁੱਤਰ ਵੀ ਇੱਥੇ ਨੇੜੇ ਕਿਧਰੇ ਹੋਵੇਗਾ, ਜ਼ਰੂਰ ਬਾਪ ਤੋਂ ਡਰਦਾ ਘਰ ਨਹੀਂ ਆ ਰਿਹਾ, ਹੋਵੇਗਾ ਨੇੜੇ ਕਿਧਰੇ। ਚੁੱਪ ਕਰ ਗਈ ਮਾਤਾ, ਕਹਿਣਗੇ ਠੀਕ ਹੈ। ਮਰਦਾਨਾ ਜੀ ਚਲੇ ਗਏ ਘਰੋਂ ਬਾਹਰ। ਫਿਰ ਜਦੋਂ ਗਏ ਹੈ, ਮਾਂ ਨੇ ਦੇਖਿਆ ਹੈ ਕਿ ਦੇਖਾਂ ਸਹੀ ਕਿੱਧਰ ਜਾਂਦਾ ਹੈ। ਦੇਖਿਆ ਹੈ ਘਰ ਤੋਂ ਬਾਹਰ ਇਹ ਖੇਤਾਂ ਵੱਲ ਨੂੰ ਜਾ ਰਿਹਾ ਹੈ। ਘਰ ਤੇ ਇਹਦਾ ਨੇੜੇ ਸੀ, ਇਹ ਖੇਤਾਂ ਵੱਲ ਨੂੰ ਕੀ ਕਰਨ ਜਾਂਦਾ ਹੈ? ਮਨ ਵਿੱਚ ਆਇਆ ਇਹ ਜ਼ਰੂਰ ਕੁਝ ਨਾ ਕੁਝ ਗੜਬੜ ਹੈ। ਮਾਤਾ ਨੇ ਛੇਤੀ ਨਾਲ ਪ੍ਰਸ਼ਾਦਾ ਪੱਕਿਆ ਹੋਇਆ ਸੀ, ਪ੍ਰਸ਼ਾਦਾ ਲਿਆ, ਬਸਤਰ ਵਿੱਚ ਪਾਇਆ ਹੈ, ਔਰ ਮਿੱਠੇ ਚੌਲ ਬਣੇ ਹੋਏ ਸੀ, ਉਹ ਵੀ ਮਾਤਾ ਨੇ ਇੱਕ ਛੋਟੇ ਜਿਹੇ ਬਰਤਨ ਵਿੱਚ ਪਾਏ ਨੇ। ਅਤੇ ਮਾਤਾ ਪਿੱਛੇ ਪਿੱਛੇ ਆ ਰਹੀ ਮਰਦਾਨੇ ਦੇ। ਫਿਰ ਰਸਤੇ ਵਿੱਚ ਮਿਲ ਗਏ ਮਾਤਾ ਜੀ। ਮਰਦਾਨੇ ਨੂੰ ਕਹਿਣ ਲੱਗੇ, ਹੁਣ ਕਿੱਥੇ ਚੱਲਿਆ ਤੂੰ? ਹੁਣ ਮਰਦਾਨਾ ਬੋਲਦੇ ਨਹੀਂ ਪਏ ਕੁਛ। ਹੁਣ ਕੀ ਬੋਲੇ? ਹੁਣ ਪਤਾ ਹੈ ਵੀ ਚੋਰੀ ਫੜੀ ਜਾਣੀ ਹੈ, ਕੁਛ ਵੀ ਨਹੀਂ ਬੋਲਦੇ ਹੈ। ਹੁਣ ਸਤਿਗੁਰੂ ਸਾਹਮਣੇ ਬੈਠੇ ਹੈ, ਹੁਣ ਮੁੱਕਰ ਵੀ ਨਹੀਂ ਸਕਦੇ ਆ ਕਿ ਮੈਂ ਦੇਖਿਆ ਨਹੀਂ ਹੈ ਜਾਂ ਮੈਨੂੰ ਦਿਸਦੇ ਨਹੀਂ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਨੂੰ ਦੇਖ ਕੇ ਆਪ ਦੇ ਆਸਣ ਤੋਂ ਉੱਠ ਗਏ ਨੇ ਜਿੱਥੇ ਬੈਠੇ ਸੀ।
और माता नूं फिर माता के चरणों ते मत्था टेकिया है। फिर सतगुरु सच्चे पातशाह जी नूं माता ने तकरीबन कई समा बहुत समा अपनी गलवकड़ी विचों छड्डिया ही ना, और माता के नेत्रों विचों जल वही जा रहा है। वो तेज धारावत, वो जिवें कह दईए नदी के वेग वांग वो नेत्रों विचों जल आई जा रहा है, आई जा रहा है। माँ कह रही है, पुत्र तू कितना समा हो गया है, सानू भुला ही लिया है, तू आ ही जाता सानू दस दिंदा। पर सतगुरु सच्चे पातशाह चुप ने। माता ने बड़ी बार पूछा है कि तू सानू कोई खबर क्यों ना भेजी, दस ही दिंदा। इस तरह माता ने बड़ा लंबा समा कदे माँ सतगुरां दे हस्त कमल चुमदी है, कदे मत्था चुमदी है, कदे पिठ ते थापड़ा दिंदे है, कदे सीस ते हथ पलोसते ने। इन्हें नूं बाबा कालू जी सतगुरां दे पिता जी आ गए। पता लगा कि पुत्र नानक जी आए हुए ने। वो घोड़े ते चढ़ के बड़ी छेती नाल आ गए ने। उन्होंने भी बड़ा वैराग किया है, उन्होंने भी नेत्रों विचों बड़ा जल वगिया। पुत्र नूं गलवकड़ी विच लिया है। सतगुरु जी ने बाप जी नूं भी मत्था टेकिया। फिर बचन विलास चलते पे ने कि वो अगली वारता जिवें आ रही है, वो आपां दड़ी बंद रूप में श्रवण करिए। एक दफ़ा सारी संगत मिल के सतगुरां दे चरनां दा ध्यान धरना, गुरु नानक साहब जी नूं चेते करके प्रेम नाल आखना, सतनाम श्री वाहिगुरु साहिब जी, सतनाम श्री वाहिगुरु साहिब जी। अपर लोक सुन कर बहु आए। जदों पता लगा कि बाबे कल्याण दास का पुत्र नानक आए ने, और लम्मा समा करीबन 12-13 साल बाद आए ने, सुन के तलवंडी दे जिन्ने लोग है सरमाएदार ने, कहते कहाउंदे मनुख सारे उधर आ गए। मिले भाव तर हरख बढ़ाए। सारे बड़े प्रेम नाल सतगुरां नूं मिलदे ने और परमेश्वर स्वरूप जान के सतगुरां नूं मत्था टेकदे ने। क्योंकि सतगुरां बारे बेशक माता पिता हले अणजाण है, क्योंकि जो अवतारी पुरुष हुंदे ने वो कुछ आप दी माया वरता दिंदे ने। वो जान बुझ के अपना भेद संबंधियों नहीं दिंदे ने। माता पिता ते पुत्र दे मोह करके नहीं जानते। पर जिहड़े आम लोग है वो सतगुरां नूं साक्षात परमेश्वर जान के मत्था टेकदे। बैठ गए सब तिसरी थाई। सारे लोग संगतां दे रूप विच सतगुरां दे पास बैठ गए। चौं दिश मद बेदी कुल राई। चार चफेरे बेदियां दी कुल दे जिन्ने मनुख है ना, जिन्ने बेदी वजदे सी तलवंडी विखे, वो सारे बेदियां दे मनुख जिन्ने है। बेदी गोद है, ये खत्रियां दी गोद है बेदी। सो जिन्ने बेदी सन सारे आके सतगुरां दे पास बैठ गए ने। सतगुरु विच राजे वत जिवें सभा लगी हुंदी है, राजा कल्ला तखत ते बैठा हुंदा है, क्यों सतगुरु इकल्ले आप वखरे बैठे ने। बाकी लोग जिहड़े है वो आल दुआले चौगिरदे पास बैठे हन। देख प्रेम बहु कोई न बोला। और ये प्रेम का रूप देख के ना कोई बोल नहीं रहा है, क्योंकि प्रेम अल्फाजा नाल बयान नहीं हुंदा है। जेकर मनुख के अंदर कोई याद आ रही है, कोई प्रेम आ रहा है, सो वो लफजा नाल खिंड जाएगा। वो प्रेम का रस चखिया जा सकता है, बयान नहीं हो सकता। जिन्हों प्रेम के बारे कुछ समझ है वो इसमें जरूर समझेगा। प्रेम लफजी बयान नहीं है। प्रेम की परिभाषा की कोई देगा। प्रेम तो एक इहो जी दशा है जिस विच मनुख का आपा भाव खत्म हो जाता है, एक नशे की तरह है। सो एक नशे के वांग सतगुरां दे प्रेम विच भेजे हुए सारे बेदी कुल दे मनुख जिन्ने हैं, जितने नर नारियां ने, सबना दे नेत्र भेजे हुए है। सतगुरां दा चेहरा पूर्णमाशी के चंद्रमा वर्गा देख देख के चकोरां दी न्याई सारे मनुख देखते पे ने।
और कोई भी कुछ नहीं बोलता। एक झटका लग रहे अडोला। एक घड़ी करीबन 24 मिनट कह लगे कोई बोलिया ही ना। इस तरह अद्धा घंटा लंघ गया, कोई बोलिया ही ना। सारे एक दूसरे वाल देख रहे। तृप्त धर पिता गिरा उचारी। फिर हौसला जिहा करके ना माता तृप्ता सतगुरु नानक देव जी दे माता हौसला करके ते पुत्र दे ताईं आखदे वार वार सुध तो तू परवारी। ऐ पुत्र मैं तेरे तो वार नहीं जाती हाँ, तेरे तो वार ने बलिहार नहीं जाती हाँ। माता बहुत ज़्यादा प्रेम करती है पुत्र नाल। कह लगे नानक जी मैं तुहाडे तो वार वार जाती हाँ, वार ने बलिहार ने जाती। दोहरा दर्शन दीन आन कै मोको कियो निहाल। तुसीं साडे ते बहुत वड्डा परोपकार कीता है। जिवें रोगी नूं दारू मिल जाए, जिवें प्यासे नूं पानी मिल जाए, भुखे नूं भोजन मिल जाए, कंगाल नूं हीरा मिल जाए, इउं ऐ पुत्र सानूं दुखियां नूं तूं दर्शन दे के निहाल कर दिता है। हुण साडे सारे दुख दरिद्र सब संताप खत्म हो गए ने। हुण साडे चंगे दिन आ गए ने। तूं साडे कोल आ गया है। असीं तैनूं दिन रात उਡੀਕਦੇ ਸਾਂ। ਅਸੀਂ दिन रात मर मर के कड्ढे सन तेरे तो बिना 12 साल। किते मामूली गल है और कोई खबर भी ना आउणी कित्थे है। अजकल ते भावें फोनां ते गलबात हो जाती है, कई संपर्क जुड़ जाते हैं, पर कोई खबर ही ना आउणी, ना कोई चिट्ठी, ना कोई सुनेहा, कोई गलबात ही ना। माता ने इहो सोचा सी पता नहीं पुत्र आवेगा या नहीं आवेगा। कहन लगे पुत्र तूं सानू निहाल कीता है, जो दर्शन दे दिते हम सानू आके। निज बासुर तब हेत ते चिंता, निस बासुर तब हेत ते चिंता तुर बेहार। निस नाम हुंदा रात दा, बासुर दिन दा। दिन रात कहंदे सानू तेरी चिंता सी, पता नहीं मेरा पुत्र ने कुछ खाधा होवेगा या वैसे पिया होएगा। और ते तू वैसे फकीर है, तू वैसे कुछ खाण पीण वास्ते बहुता चित नहीं परचाउंदा है। सानू तेरी दिन रात चिंता सताउंदी सी किधरे मेरे पुत्र नूं कोई वेच ना दवे, क्योंकि उस वेले एक बहुत बुरी हालत सी इस देश की कि छोटे छोटे नौजवानों लड़की लड़कियां नूं वेच दिया करदे सी। सतगुरु जी ने भी किसी ने फड़ के वेच दिता सी एक बार। कहन लगे माता सानू दिन रात चिंता सताउंदी सी तुहाडी, पता नहीं तुसीं हुण साडे कोल वापस आओगे या नहीं आओगे। चिंता दे मारे असीं बड़े दुखी सां। चौपई एक सुत हमरे दूजो नाही। चलो जे तुसीं एक सी, जे दूसरा हुंदा असीं दिन कढ लैंदे। है भी तुसीं इकलौते सी साडे। एक तो जे दूसरा होए जिहड़े माँ बाप है वो दूसरे नूं वेख के दिन कढ लैंदे है, पर इकलौता पुत्र होवे वो भी अखां तो दूर हो जाए, फिर माँ बाप की की हालत होएगी ऐ आप जी समझ सकते हो। कहते है इकलौता तो तू है सी, तू फकीर बन गया, साध बन गया, साडी खबर ही ना जानी। तेरे पिछे असी भी जिउंदे हाँ, किवें दिन कड्ढे तू समझ नहीं सकता है। सुनिया है कि जिहड़े जैन धर्म के बानी है महावीर, जदों उन्हां दे मन विच आया कि मैं हुण परमेश्वर की खोज वास्ते घर बार त्यागदा, घर छड्डण लगे तो माँ ने कहा सी उन्हां दे भी मेरे जिउंदिਆਂ जी घर ना छड्डी, जे मेरे जिउंदिਆਂ जी घर छड्डिया मेरी मरी का मूँह देखेगा। फिर मजबूरन घर नहीं सी छड्डिया उन्होंने, 2 साल तक उਡੀਕਦੇ रहे। 2 साल बाद फिर जदों माता ने शरीर त्याग दिता फिर घर छड्डण लगे है। और फिर उन्होंने भरा ने कहा, कह लगे अजे जे तेरी जरूरत है सानू, तू इदा ना कर। फिर जदों जान लगे रोक दिता। फिर उन्होंने एक आपदा इहो जी हालत बना लई, ना जिउंदिਆਂ विच ना मोयां विच, हमेशा समाधि विच लीन रहना। फिर भरा ने आप ही कह दिता सी हुण तुसीं जा सकते हो। सो सतगुरु महान है, देख लो सतगुरु सच्चे पातशाह के मन में लेस मात्र भी मोह नहीं है और परमेश्वर ते अतुट भरोसा है। सतगुरां नूं कहंदे आ माता जी
कि इकलौते सी तुसीं, दूसरा हुंदा कोई असीं दिन कढ लैंदे। पता नहीं किवें साडे दिन लंघे हन। घर तज हरिओ घर तज रलिओ फकीरन माही। तुसीं घर छड्ड के फकीरां दी जमात विच रल गए, साडे बारे सोचिया ही ना। भए अधीर बेसूरत सदा, असीं सदा ही अधीर भाव हौसले तो रहत। सानू कोई धीरज देण वाला है नहीं सी, क्योंकि लड़की साडी नानकी पुत्री तां विआही गई सी। किहदे मूँह वाल देखदे असीं, सानू कोई हौसला देण वाला नहीं सी। बड़े मुश्किल दिन कड्ढे है। बाप दे नेत्ਰਾਂ ਵਿੱਚੋਂ भी जल वगदा सी, माँ दे भी वगदा सी, और सानू कोई हौसला नहीं सी दिंदा। दोवें एक दूसरे नाल दुख सुख साझे करदे, पर तेरी दर्शनां दी लालसा ने साडे सरीर नूं पिंजर बना दिता। असीं जिउंदिਆਂ जी मोया बराबर हो गए सी, पर अज तेरे दर्शन होए ने। साडे सरीरां विच एक जान आ गई है, एक ऊर्जा आ गई है। अज असीं धनवान ते धनभाग हो गए हाँ। ऐ पुत्र तेरा धन्नवाद है, तू सानू दर्शन दिते। अबिलाखत दर्शन होवे कदा, सो रोज़ सोचदे सां किहड़ी घड़ी आए, किहड़ा समा ओ वेला होए जदों सतगुरु नानक देव जी साडे घर आवन। क्योंकि गए दे ते सानू याद सी, ਉਹ ਸਮਾਂ ਵਾਰ-ਵਾਰ ਸਾਡੇ ਅੱਖਾਂ ਵਿੱਚ ਆਉਂਦਾ ਸੀ। ਜਦੋਂ ਤੁਸੀਂ ਘਰ ਤੋਂ ਰੱਥ ਉੱਤੇ ਚੜ੍ਹ ਕੇ, ਗੱਡੇ 'ਤੇ ਚੜ੍ਹ ਕੇ ਜਦੋਂ ਗਏ ਸੀ ਨਾ, ਉਹ ਸਮਾਂ ਸਾਨੂੰ ਯਾਦ ਹੈ ਜਦੋਂ ਤੁਸੀਂ ਘਰੋਂ ਗਏ ਸੀ। ਪਰ ਹੁਣ ਆਉਣ ਬਾਰੇ ਸਾਨੂੰ ਸਦਾ ਹੀ ਚਿੰਤਾ ਰਹਿੰਦੀ ਸੀ ਕਿ ਆਵੋਗੇ ਵੀ ਕਿ ਨਹੀਂ ਆਓਗੇ। ਅੱਜ ਤੁਸੀਂ ਬਿਨਾਂ ਕਿਸੇ ਨੂੰ ਦੱਸੇ ਆ ਗਏ ਹੋ। ਸਾਡੇ ਕੋਲ ਐਸਾ ਸੁੱਖ ਨਹੀਂ ਸਹਾਰਿਆ ਜਾ ਰਿਹਾ। ਐਸਾ ਸੁੱਖ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਇਸ ਪੁੱਤਰ ਨੂੰ ਸਾਨੂੰ ਲੌਟਾ ਦਿੱਤਾ ਹੈ। ਇਹ ਮੋਹ ਦੀ ਪਰਿਭਾਸ਼ਾ ਹੈ। ਮੋਹ ਹਮੇਸ਼ਾ ਹੀ ਜਦੋਂ ਵਿਛੜ ਜਾਏ ਬਹੁਤਾ ਦੁਖੀ ਕਰਦਾ ਹੈ, ਔਰ ਅਮਾਨਤ ਵਾਪਸ ਮਿਲ ਜਾਏ ਫਿਰ ਉਹ ਆਨੰਦ ਸੰਭਾਲਿਆ ਨਹੀਂ ਜਾਂਦਾ ਹੈ। ਮਾਤਾ ਕਹਿਣ ਲੱਗੇ ਹੁਣ ਅਸੀਂ ਬੜੇ ਖੁਸ਼ੀ ਹਾਂ, ਬਹੁਤ ਬਰਖ ਬੀਤੇ ਤੁਝ ਗਏ। ਇਹ ਪੁੱਤਰ ਤੈਨੂੰ ਬੜੇ ਸਾਲ ਹੋ ਗਏ ਹਨ। ਕਿੰਨੇ ਕੁ ਸਾਲ ਹੋ ਗਏ? ਦੇਸ਼ ਵਿਦੇਸ਼ ਫਿਰੇ ਅਬ ਆਏ। ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਫਿਰ ਕੇ ਆਏ ਹੋ। ਹੁਣ ਦੱਸੋ ਅਵਲੋਕਤ ਆਨੰਦ ਵਿਸਾਲਾ। ਦੱਸੋ ਹੁਣ ਤੁਸੀਂ ਬਾਹਰੋਂ ਵਿਦੇਸ਼ਾਂ ਵਿੱਚੋਂ ਹੋ ਕੇ ਆਏ ਹੋ, ਤੁਹਾਨੂੰ ਹੁਣ ਆਨੰਦ ਹੈ ਨਾ, ਹੁਣ ਸ਼ਾਂਤ ਹੋਣਾ। ਹੁਣ ਤਾਂ ਨਹੀਂ ਨਾ ਜਾਣ ਦੀ ਕਿਧਰੇ ਜ਼ਰੂਰਤ ਹੈ ਤੁਹਾਨੂੰ, ਹੁਣ ਤੇ ਤੁਸੀਂ ਘਰ ਰਹੋਗੇ ਨਾ। ਇੱਦਾਂ ਮਾਤਾ ਕਹਿ ਰਹੇ, ਜਿਉਂ ਕੌਸ਼ਲਿਆ ਰਾਮ ਕਿਰਪਾਲਾ। ਮੰਨ ਲਓ ਕਹਿਣ ਲੱਗੇ ਜਿਵੇਂ 14 ਸਾਲਾਂ ਦਾ ਬਨਵਾਸ ਕੱਢ ਕੇ ਤ੍ਰੇਤੇ ਯੁੱਗ ਦੇ ਅਵਤਾਰ ਰਾਮ ਜੀ ਜਦੋਂ ਆਏ ਸੀ, ਇਸ ਤਰ੍ਹਾਂ ਕਹਿਣ ਲੱਗੇ ਹਾਲਤ ਹੋਈ ਹੈ ਮਾਤਾ ਦੀ। 12 ਸਾਲਾਂ ਬਾਅਦ ਸਤਿਗੁਰੂ ਨਾਨਕ ਦੇਵ ਜੀ ਆਏ ਅਤੇ ਮਾਤਾ ਜੀ ਇਉਂ ਖੁਸ਼ ਹੈ ਜਿਵੇਂ ਕੌਸ਼ਲਿਆ ਦੇਵੀ ਆਪ ਦੇ ਪੁੱਤਰ ਰਾਮ ਨੂੰ ਦੇਖ ਕੇ ਖੁਸ਼ ਹੋਈ ਸੀ। ਇਸ ਤਰ੍ਹਾਂ ਹਾਲਤ ਹੋ ਗਈ। ਮੈਂ ਵਾਰੀ ਸੁਤ ਤੋਂ ਪਰਵਾਰੀ। ਐ ਪੁੱਤਰ ਮੈਂ ਤੇਰੇ ਤੋਂ ਵਾਰ ਨਹੀਂ ਜਾਂਦੀ ਹਾਂ, ਬਲਿਹਾਰ ਕੁਰਬਾਨ ਜਾਂਦੀ। ਵਾਰ ਵਾਰ ਕਹਿ ਗੁਰ ਮਹਿਤਾਰੀ। ਵਾਰ ਵਾਰ ਮਾਤਾ ਇਹੋ ਗੱਲ ਕਹੀ ਜਾਂਦੀ ਹੈ, ਕਿਉਂਕਿ ਇੱਕ ਸ਼ਰਾਬੀ ਦੀ ਹਾਲਤ ਦੇਖੀ ਹੈ ਨਾ, ਸ਼ਰਾਬੀ ਨਹੀਂ ਖਿਆਲ ਕਰਦਾ ਹੈ। ਸ਼ਰਾਬੀ ਨੇ ਜਦੋਂ ਨਸ਼ੇ ਵਿੱਚ ਹੋਇਆ ਹੈ, ਪੂਰਾ ਗੁਲਤਾਨ ਹੋਇਆ, ਕਈ ਵਾਰ ਉਹ ਗੱਲਾਂ ਵਾਰ-ਵਾਰ ਰਿਪੀਟ ਕਰੀ ਜਾਂਦਾ ਹੈ, ਕਿਉਂਕਿ ਹੋਸ਼ ਨਹੀਂ ਹੁੰਦੀ ਹੈ। ਸੋ ਜਦੋਂ ਸੁੱਖ ਬਹੁਤਾ ਆ ਜਾਏ ਉਦੋਂ ਵੀ ਇਹ ਹਾਲਤ ਹੋ ਜਾਂਦੀ ਹੈ। ਮਨੁੱਖ ਨੂੰ ਆਪਦੇ ਸਰੀਰ ਦਾ ਚੇਤਾ ਭੁੱਲ ਜਾਂਦਾ ਹੈ। ਮਾਤਾ ਵਾਰ-ਵਾਰ ਇੱਕ ਪੁੱਤਰ ਦੇ ਨਸ਼ੇ ਵਿੱਚ, ਪੁੱਤਰ ਦੇ ਪ੍ਰੇਮ ਦੇ ਨਸ਼ੇ ਨੇ ਮਾਤਾ ਨੂੰ ਮਦਮਸਤ ਕੀਤਾ ਹੈ। ਅਤੇ ਮਾਤਾ ਪ੍ਰੇਮ ਨਾਲ ਇੱਕੋ ਗੱਲ ਕਹੀ ਜਾਂਦੀ ਹੈ, ਮੈਂ ਵਾਰ ਜਾਂਦੀ ਆਪਣੇ ਪੁੱਤਰ ਤੋਂ, ਮੈਂ ਕੁਰਬਾਨ ਜਾਂਦੀ ਹਾਂ, ਮੇਰਾ ਪੁੱਤਰ ਲੌਟ ਆਇਆ ਹੈ। ਇਸ ਤਰ੍ਹਾਂ ਜਦੋਂ ਵਾਰ-ਵਾਰ ਕਿਹਾ ਤਾਂ ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਸਤਿਗੁਰੂ ਜੀ ਸੁਣਦੇ ਪਏ ਨੇ ਮਾਤਾ ਦੇ ਪ੍ਰੇਮ ਨੂੰ, ਔਰ ਸੁਣਦਿਆਂ ਸਾਰ ਕਿਹਾ ਮੁਖ ਤੇ ਸ਼ਬਦ ਉਚਾਰਤ ਭੇ ਤਬ। ਫਿਰ ਮੁਖ ਤੋਂ ਆਪ ਦੇ ਵਡਹੰਸ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਅੰਮ੍ਰਿਤਮਈ ਬੁਖਾਰ ਬਿੰਦ ਤੋਂ ਇੱਕ ਸੁੰਦਰ ਗੁਰਬਾਣੀ ਦਾ ਸ਼ਬਦ ਉਚਾਰਿਆ ਹੈ। ਉਹ ਸੁਣੋ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪਹਿਲਾ। ਵਡਹੰਸ ਰਾਗ ਵਿੱਚ ਸੁਰਤਾਲ ਘਰ ਪਹਿਲੇ ਵਿੱਚ
सतगुरु नानक देव जी ने जो पावन पवित्र गुरबाणी अंदर यह शब्द दर्ज है, यह शब्द सतगुरु जी ने उचारिया, अमली अमल न अंभड़ मछी नीर न होए। कह लगे जिवें अमली नूं जदों तोट लग जाए नशे की, जदों अमली नशे करके मर रहा होए, ਉਹਦੇ सामने 36 प्रकार के भोजन हो जान, ਉਹਦੇ सामने तरह तरह के पकवान बनाए जान और अमोलक वस्तां भी बनाई जान, पर फिर भी अमली जिहड़ा है अमल तो बिना रह नहीं सकता है। ਉਹਦਾ चित नहीं खिड़ेगा उन्ना चिर जिन्ना चिर ਉਹਨੂੰ अमल ना मिले, नशा ना मिले, तड़प तड़प मर जाएगा। अमली अमल तो बिना नहीं रह सकता है। और मच्छी जो पानी में रहिंदी है, पानी नूं पानी विचों कढ़ के मच्छी नूं मान लो कोई रेशमी कपड़े विच रख लए जां सोने के भांडे विच रख लए, अमोलक वस्तां विच उहनूं साਂਭ के रख ले, कि मच्छी बच सकती है? नहीं बचेगी। पानी तो बिना नहीं बच सकती है। जिवें अमली अमल तो बिना मर जाता है, मच्छी पानी तो बिना मर जाती है। जो रत्ते सच सह अपना तिन भाग सब कोए। इस तरह सतगुरु कह लगे जेड़े वाहिगुरु के प्रेम विच रते हुए है ना, उन्होंने नाम तो बिना होर कुछ चंगा ही नहीं लगता है। उन्होंने दुनियावी पदार्थ फिक्के लगते हैं, उन्होंने होर कुछ दुनियावी इच्छा कामनावां सब कुछ मिल भी जाए, फिर भी हृदय कहता है कुछ ना कुछ रह गया है, जो मेरी वस्तु सी वो नहीं मैनूं मिल सकी है। मनुख जदों किधरे घर तो जाता है, उन्हें वो चीज़ां अपनियां लै जानियां जिहड़ियां कीमती ने, बाकी सारा खिलारा घर विच रह जाता है। मान लो किसी मनुख ने किते विदेश विच जाना होए और वो कुछ जिहड़ियां कीमती वस्तां ने जिहड़ियां उहदे पाउणे योग ने, खाने योग ने, वरतने योग ने, वो लै जाएगा, बाकी सारा समान उत्थे छड़ जाएगा। ऐसी हालत गुरमुखां दी है। गुरमुख संसार विच रहिंदे भी है, सारा कुछ करते हैं, पर नाम दे तुल किसी नूं नहीं जानते है। नाम उन्हां दी इहो जी खुराक है, नाम तो बिना मरण बराबर है। जिवें एक मच्छी पानी तो बिना रह नहीं सकती है ना, गुरमुख नाम तो बिना नहीं रह सकते है। भावें सारा कुछ मिल जाए, नाम ना मिले तो फिर मरण वांग हो जाते हैं। गुरमुख नाम तो बिना गुजारा नहीं करते है। सतगुरु कहन लगे जो रत्ते सह अपने तिन भाग सब कोए। ਜਿਹੜੇ ਵਾਹਿਗੁਰੂ ਦੇ ਪ੍ਰੇਮ ਵਿੱਚ ਰਤੇ ਹੈ ਨਾ, ਮਾਲਕ ਦੇ ਸਹਿ ਪਤੀ ਦੇ ਪ੍ਰੇਮ ਵਿੱਚ ਰਤੇ ਨੇ ਜਿਹੜੇ ਪਿਆਰੇ ਗੁਰਮੁਖ ਜਨ, ਉਹਨਾਂ ਨੂੰ ਸਾਰਾ ਕੁਝ ਚੰਗਾ ਲੱਗਦਾ ਹੈ। ਉਹਨਾਂ ਨੂੰ ਦੁੱਖ ਵੀ ਚੰਗਾ, ਉਹਨਾਂ ਨੂੰ ਸੁੱਖ ਵੀ ਚੰਗਾ ਹੈ। ਉਹਨੂੰ ਪਤੀ ਦੀਆਂ ਸਾਰੀਆਂ ਵਸਤਾਂ ਚੰਗੀਆਂ ਲੱਗਦੀਆਂ ਨੇ, ਉਹ ਕਿਸੇ ਉੱਪਰ ਸੰਸ਼ੈ ਨਹੀਂ ਕਰਦੇ ਹੈ। ਇਹ ਗੁਰਮੁਖਾਂ ਦੀ ਹਾਲਤ ਸਤਿਗੁਰਾਂ ਨੇ ਬਿਆਨ ਕੀਤੀ। ਹਉ ਵਾਰੀ ਮੰਨਿਆ ਖੰਨੀਆਂ वन्या तो साहिब के नावे। माता जी मेरे तो वारने ना जाओ, उस वाहिगुरू तो वारने जाना चाहिए है। जेड़े वाहिगुरू ने सानू ए शरीर दिते है, सवास दिते है अमोलक, बिना किसी कीमत तो सानू ए सुख निधान खजाने बख्शे ने, वो वाहिगुरू तो असीं वारने जाते हाँ। मन बुद्ध चित अहंकार करके उस तो कुर्बान हुंदे हाँ। आप दा सारा कुछ उस वाहिगुरू तो लटाउण वास्ते तैयार हाँ। ਉਹਦੇ नाम तो कुर्बान जाने हाँ। ਜਿਹੜੇ नाम ਨੂੰ ਜਪਿਆ सारे दुख दरिद्र उतर जाते हैं। जिस नाम ਨੂੰ याद कीतियां सारियां मन दियां जो इच्छावां ने, बिरतियां ने, सब नाश हो जांदियां ने। ऐसे प्रतापी नाम तो बलिहार जांदे, जिन पिया ते तृप्त भये रहाओ। साहिब सफलियो रुखड़ा ਅੰਮ੍ਰਿਤ ਸਾਚਾ ਨਾਲ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਰੁੱਖ ਦੀ ਨਿਆਇਨ ਹੈ। ਉਸ ਰੁੱਖ ਨੂੰ ਫਲ ਕਿਹੜਾ ਲੱਗਦਾ ਹੈ? ਨਾਮ ਦਾ। ਅੰਮ੍ਰਿਤ ਰੂਪੀ ਨਾਮ ਜਿਹੜਾ ਹੈ ਨਾ, ਉਹਦਾ ਫਲ ਹੈ। ਜਿਸ ਨੇ ਵਾਹਿਗੁਰੂ ਨੂੰ ਦੇਖਣਾ ਹੈ, ਉਹ ਅੰਮ੍ਰਿਤ ਰੂਪੀ ਨਾਮ ਨੂੰ ਆਪਦੇ ਹਿਰਦੇ ਵਿੱਚ ਉਹਦਾ ਬੀਜ ਅੰਕੁਰ ਕਰੇ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। आप दे हिरदे विच नाम रूपी बीज बीज ते नाम दे बीज बीजिया रोजाना हर वक्त हिरदे करके, मन करके, सवासा करके, रसना करके
ਉਹਦੇ ਨਾਮ ਨੂੰ ਯਾਦ ਕਰ, ਹਰ ਵੇਲੇ ਵਾਹਿਗੁਰੂ 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 ਉਚਾਰਦਾ ਰਹਿ। ਇਹ ਜਿਹੜੀ ਤੇਰੀ ਪੁਕਾਰ ਹੈ ਨਾ, ਉਹਦੇ ਦਰ 'ਤੇ ਪਹੁੰਚੇਗੀ ਤਾਂ ਤੇਰੇ ਸਾਰੇ ਦੁੱਖ ਖਤਮ ਹੋ ਜਾਣਗੇ। ਕਿਸੇ ਮਨੁੱਖ ਨੂੰ ਦੁੱਖ ਦੱਸਿਆ ਤੇਰਾ ਦੁੱਖ ਖਤਮ ਨਹੀਂ ਹੋਣ ਵਾਲਾ ਹੈ। ਜੇ ਕਿਸੇ ਮਨੁੱਖ ਨੂੰ ਤੂੰ ਦੁੱਖ ਦੱਸ ਵੀ ਦਏ, ਅਗਲੇ ਨੇ ਤੇਰੇ ਦੁੱਖ ਨੂੰ ਹੋਰ ਜ਼ਿਆਦਾ ਝੰਜੇੜ ਦੇਣਾ ਹੈ। ਕਿਵੇਂ? ਕੋਈ ਮਨੁੱਖ ਆਪਦਾ ਦੁੱਖ ਦੱਸੇ ਨਾ ਕਿਸੇ ਨੂੰ, ਅਗਲਾ ਸਿਆਣਾ ਬਣ ਜਾਂਦਾ ਹੈ, ਅਗਲਾ ਹੋਰ ਸਿੱਖਿਆਵਾਂ ਦਾ ਬੋਝ ਪਾ ਦਿੰਦਾ ਹੈ। ਨਹੀਂ ਨਹੀਂ ਤੂੰ ਇੱਦਾਂ ਕਰਿਆ ਕਰ, ਨਹੀਂ ਤੂੰ ਇੱਦਾਂ ਕਰਿਆ ਕਰ, ਆਹ ਕੰਮ ਛੱਡ ਦੇ, ਆਹ ਕਰ ਲੈ। ਅਗਲਾ ਬੰਦਾ ਵੈਸੇ ਹੀ ਭੰਬਲ ਭੂਸੇ ਵਿੱਚ ਪੈ ਜਾਂਦਾ। ਪਰ ਨਾਮ ਦੇ ਜਪਿਆਂ ਸਾਰੇ ਦੁੱਖ ਆਪਣੇ ਆਪ ਉਤਰ ਜਾਂਦੇ ਨੇ। ਜਿੰਨੇ ਸਵਾਲ ਹੈ ਮਨੁੱਖ ਦੇ ਮਨ ਵਿੱਚ, ਜਿੰਨੇ ਸੰਸ਼ੇ ਨੇ, ਇਹ ਨਾਮ ਦੇ ਜਪਦਿਆਂ ਆਪਣੇ ਆਪ ਖਤਮ ਹੁੰਦੇ ਜਾਂਦੇ ਨੇ। ਨਹੀਂ ਤੇ ਮਨੁੱਖ ਭਾਵੇਂ ਤਰ੍ਹਾਂ ਤਰ੍ਹਾਂ ਦੇ ਕਿਤਾਬਾਂ, ਜਿੰਨਾ ਮਰਜ਼ੀ ਦੁਨੀਆ ਦਾ ਗਿਆਨ ਹਾਸਲ ਕਰੇ, ਜਿਹੜੇ ਮਨ ਵਿੱਚ ਸੰਸ਼ੇ ਉੱਠ ਜਾਂਦੇ ਆ ਨਾ, ਉਹ ਨਾਮ ਤੋਂ ਬਿਨਾਂ ਨਹੀਂ ਦੂਰ ਹੁੰਦੇ ਹੈ। ਉਹ ਸੰਸ਼ੇ ਸਾਰੇ ਦੂਰ ਹੋ ਜਾਂਦੇ ਹੈ ਅੰਮ੍ਰਿਤ ਰੂਪੀ ਨਾਮ ਨੂੰ ਹਿਰਦੇ ਵਿੱਚ ਧਾਰਿਆ ਹੋਇਆ। ਜਿਨ ਪੀਆ ਤੇ ਤ੍ਰਿਪਤ ਭਏ, ਹਉ ਤਿਨ ਬਲਿਹਾਰੈ ਜਾਓ। ਜਿਨ੍ਹਾਂ ਨੇ ਐਸਾ ਨਾਮ ਰੂਪੀ ਰਸ ਪੀ ਲਿਆ ਹੈ ਨਾ, ਉਹ ਰੱਜ ਗਏ ਨੇ ਦੁਨੀਆ ਵੱਲੋਂ। ਹੁਣ ਉਹਨਾਂ ਨੂੰ ਨਾ ਕੋਈ ਸਰੀਰ ਦੀ ਭੁੱਖ ਹੈ, ਨਾ ਕੋਈ ਉਹਨਾਂ ਨੂੰ ਪਿਆਸ ਹੈ। ਉਹਨਾਂ ਤੋਂ ਸਤਿਗੁਰੂ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ। ਐਸਾ ਹੋਇਆ ਪਹਿਲੇ ਵੀ। ਬਾਬਾ ਰਾਮ ਸਿੰਘ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਗੁਰਮੁਖ ਪਿਆਰੇ ਹੋਏ ਹੈ। ਉਹਨਾਂ ਨੇ ਆਪਦੀ ਜੀਵਨੀ ਵਿੱਚ ਬਿਆਨ ਕੀਤਾ ਹੈ ਕਿ ਜਦੋਂ ਅਸੀਂ ਨਾਮ ਜਪਦੇ ਸੀ ਨਾ, ਇੱਕ ਸ਼ਬਦ ਮੈਂ ਗੁਰਬਾਣੀ ਦਾ ਵੈਸੇ ਰੋਜ਼ ਪੜ੍ਹਦਾ ਸੀ, ਪਰ ਮੈਂ ਇੱਕ ਦਿਨ ਖਿਆਲ ਕੀਤਾ, ਮਿਰਤਕ ਕੋ ਜੀਵਾਲਣਹਾਰ, ਭੂਖੇ ਕੋ ਦੇਵਤ ਆਧਾਰ। ਕਹਿਣ ਲੱਗੇ ਇਹ ਸ਼ਬਦ ਪੜ੍ਹਨੇ ਕਰਕੇ ਤੇ ਬੜਾ ਸਰਲ ਜਿਹਾ ਹੈ, ਪਰ ਗੁਰਬਾਣੀ ਰੱਬ ਰੂਪ ਹੈ, ਪਰਮੇਸ਼ਵਰ ਦੀ ਹੈ। ਮੈਂ ਭਰੋਸਾ ਕੀਤਾ ਵੀ ਜੇ ਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਭੂਖੇ ਕੋ ਦੇਤ ਆਧਾਰ, ਜੇ ਭੁੱਖਿਆਂ ਨੂੰ ਉਹ ਆਸਰਾ ਦੇਣ ਵਾਲਾ ਹੈ, ਤੇ ਕਹਿੰਦੇ ਅਸੀਂ 40 ਦਿਨ ਭੋਜਨ ਨਹੀਂ ਸੀ ਛਕਿਆ, ਤੇ ਰੱਬ ਦੀ ਨੇਤ ਇਹੋ ਜਿਹੀ ਹੋਈ, ਨਾ ਭੁੱਖ ਲੱਗੀ ਨਾ ਪਿਆਸ, ਤੇ ਸਰੀਰ ਤੇ ਰੱਤਾ ਮਾਤਰ ਵੀ ਕੋਈ ਸੁੰਕੜਤਾਈ ਨਾ ਆਈ, ਕੋਈ ਕਮਜ਼ੋਰੀ ਨਾ ਆਈ। ਇਹ ਨਾਮ ਦਾ ਪ੍ਰਤਾਪ ਹੈ। ਪ੍ਰੇਮ ਵਿੱਚ ਜਦੋਂ ਮਨੁੱਖ ਹੋਏ, ਉਹਦੀ ਭੁੱਖ ਪਿਆਸ ਖਤਮ ਹੋ ਜਾਂਦੀ ਹੈ। ਤੁਸੀਂ ਦੇਖਿਆ ਜਿਹੜੇ ਮਨੁੱਖ ਨੂੰ ਕੋਈ ਪ੍ਰੇਮ ਨਹੀਂ ਕਰਦਾ ਹੈ, ਉਹ ਦੁਖੀ ਮਨੁੱਖ ਦਾ ਕਾਰਨ ਕੀ ਹੈ? ਫਿਰ ਉਹ ਵੱਧ ਤੋਂ ਵੱਧ ਖਾਵੇਗਾ, ਸਮਾਂ ਕੱਢੇਗਾ ਆਪਣਾ, ਪਰ ਇੱਕ ਪ੍ਰੇਮੀ, ਉਹਨੂੰ ਭੁੱਖ ਨਹੀਂ ਲੱਗਦੀ ਹੈ। ਪ੍ਰੇਮ ਦਾ ਨਸ਼ਾ ਇਹੋ ਜਿਹਾ ਹੈ, ਭੁੱਖ ਨਾ ਪਿਆਸ ਸਭ ਕੁਝ ਖਤਮ ਹੋ ਜਾਂਦਾ ਹੈ। ਔਰ ਜਿਹੜਾ ਪ੍ਰੇਮ ਹੈ, ਇਹ ਹੈ ਇੱਕ ਰਸਮਈ ਆਨੰਦ। ਜਿਹਨੇ ਇਹ ਰਸ ਚੱਖਿਆ ਹੈ ਪ੍ਰੇਮ ਦਾ, ਉਹਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਨੇ। ਹਉ ਤਿਨ ਬਲਿਹਾਰੈ ਜਾਓ। ਸਤਿਗੁਰੂ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਮੈਂ ਕੀ ਨਦਰ ਨ ਆਵਹੀ, ਵਸਹੇ ਹੱਬੀਆਂ ਨਾਲ। ਕਿਸੇ ਗੁਰਮੁਖ ਨੇ ਇਹ ਬੇਨਤੀ ਕੀਤੀ ਹੈ ਕਿ ਜੇ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ, ਫਿਰ ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ ਹੈ? ਜੇ ਸਾਰੇ ਗੁਰਮੁਖਾਂ ਨੇ ਨਾਮ ਜਪ ਕੇ ਪਾ ਲਿਆ, ਸਾਨੂੰ ਕਿਉਂ ਨਾ ਨਜ਼ਰ ਆਇਆ? ਹਰ ਕਿਸੇ ਦਾ ਸਵਾਲ ਹੈ ਨਾ ਵੀ ਹੈ ਕਿੱਥੇ ਹੈ? ਸੁਣਿਆ ਤੇ ਹੈ ਪਰਮਾਤਮਾ ਵਿਆਪਕ ਹੈ, ਪਰ ਨਜ਼ਰ ਨਹੀਂ ਆਉਂਦਾ ਹੈ ਕਿਧਰੇ। ਤਾਂ ਹੁਣ ਸਤਿਗੁਰੂ ਬਿਆਨ ਕਰਦੇ ਨੇ, ਤਿਖਾ ਤਿਹਾਇਆ ਕਿਉਂ ਲਹੈ, ਜਾਂ ਸਰ ਭੀਤਰ ਪਾਲ। ਇੱਕ ਮਨੁੱਖ ਨੂੰ ਪਿਆਸ ਲੱਗੀ ਹੈ, ਭਾਵੇਂ ਸਰੋਵਰ ਨੇੜੇ ਹੀ ਹੈ, ਪਰ ਸਰੋਵਰ ਦੇ ਆਲੇ ਦੁਆਲੇ ਕੰਧ ਕੱਢੀ ਹੈ, ਹੁਣ ਪਾਣੀ ਕਿਵੇਂ ਪੀਏ? ਜੇ ਪਿਆਸ ਲੱਗੀ ਹੈ, ਭੁੱਖ ਲੱਗੀ ਹੋਵੇ, ਤੇ ਹੁਣ ਖਾਣ ਵਾਸਤੇ ਪ੍ਰਬੰਧ ਸਾਰਾ ਹੈ, ਪਰ ਅੱਗੇ ਦੀਵਾਰ ਕੱਢੀ ਹੋਏ, ਉਹ ਦੀਵਾਰ ਕਿਵੇਂ ਤੋੜ ਕੇ ਲੰਘਾਂਗੇ ਅਸੀਂ? ਇਹ ਦੀਵਾਰ ਸਾਡੀ ਜਿਹੜੀ ਅੱਗੇ ਆਈ ਹੈ ਨਾ, ਹੰਗਤਾ ਦੀ, ਸਾਡੇ ਅੰਦਰ ਜਿਹੜੀਆਂ ਇੱਛਾਵਾਂ ਨੇ, ਕਾਮਨਾਵਾਂ ਨੇ, ਇਹ ਦੀਵਾਰ ਭੰਨ ਦੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਕਿਵੇਂ ਝੂਠ ਦੀ ਕੰਧ ਟੁੱਟ ਸਕਦੀ ਹੈ? ਉਹਦੀ ਰਜਾ ਵਿੱਚ ਆ ਜਾ। ਉਹ ਜੋ ਕਰਦੇ ਉਸ ਨੂੰ ਪ੍ਰਵਾਨ ਕਰ। ਦੁੱਖ ਸੁੱਖ ਉਹਦੀਆਂ ਬਖਸ਼ਿਸ਼ਾਂ ਨੇ, ਦੁੱਖ ਵੀ ਉਹਦੀ ਅਮਾਨਤ ਹੈ, ਸੁੱਖ ਵੀ ਉਹਦਾ ਦਾਨ ਹੈ। ਇਸ ਵਾਸਤੇ ਤੂੰ ਕੋਈ ਸੰਸ਼य ਨਾ ਕਰ। ਕੀ ਵਿਗੜ ਜਾਏਗਾ ਤੇਰਾ ਜੇ ਦੁੱਖ ਆ ਗਿਆ ਹੈ? ਤੇਰਾ ਕੁਛ ਵੀ ਵਿਗੜੇਗਾ ਨਹੀਂ। ਜੇ ਸੁੱਖ ਆਇਆ ਹੈ, ਤੇਰਾ ਕੀ ਵੱਧ ਜਾਏਗਾ? ਜੇ ਰਾਜ ਦੇਹੇ ਤਾਂ ਕਮਨ ਵਡਾਈ, ਜੇ ਭੀਖ ਮੰਗਾਵੇ ਤੇ ਕਿਆ ਘਟ ਜਾਈ। ਜੇ ਰਾਜ ਦੇ ਦਿੰਦਾ ਹੈ ਮਾਲਕ ਜੀ, ਕੀ ਵੱਧ ਜਾਏਗਾ ਸਾਡਾ? ਜੇ ਭੀਖ ਮੰਗਾ ਲਓਗੇ ਪਾਤਰ ਵਿੱਚ, ਘਟ ਕੀ ਚੱਲਿਆ ਸਾਡਾ?
ਭੋਜਨ ਤੇ ਭਿਖਾਰੀ ਵੀ ਖਾਂਦੇ ਨੇ। ਫਿਰ ਕਿਉਂ ਉਲਾਂਭੇ, ਕਿਉਂ ਇੰਨੀਆਂ ਮਨ ਵਿੱਚ ਇਹੋ ਜਿਹੀਆਂ ਆਸਾਂ ਧਾਰੀਆਂ ਨੇ? ਜਦੋਂ ਇਹ ਇੱਛਾਵਾਂ ਸਾਡੀਆਂ ਖਤਮ ਹੋ ਗਈਆਂ, ਝੂਠ ਦੀ ਕੰਧ ਟੁੱਟ ਗਈ, ਫਿਰ ਉਹ ਵਿਆਪਕ ਦਿਸੇਗਾ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ। ਇਹ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡਾ ਬਾਣੀਆਂ ਹਾਂ, ਤੁਹਾਡਾ ਵਣਜਾਰਾ ਹਾਂ। ਤੁਸੀਂ ਆਪ ਸੁੱਖਾਂ ਦੇ ਖਜ਼ਾਨੇ ਹੋ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ। ਤੁਸੀਂ ਮਾਲਕ ਹੋ ਅਤੇ ਮੈਂ ਤੁਹਾਡੀ ਰਾਸ ਪੂੰਜੀ ਹਾਂ, ਮੈਂ ਤੁਹਾਡਾ ਧਨ ਹਾਂ। ਤੁਸੀਂ ਮਾਲਕ ਔਰ ਮੈਂ ਧਨ। ਜਿਹੜਾ ਮਾਲਕ ਹੈ, ਧਨ ਹਮੇਸ਼ਾ ਉਹਦੇ ਕੋਲ ਹੋਵੇਗਾ ਹੀ ਹੋਵੇਗਾ, ਕਿਉਂਕਿ ਮਲਕੀਅਤ ਉਸ ਦੀ ਹੋ ਸਕਦੀ ਹੈ ਜਿਸ ਨੇ ਕੁਝ ਆਪਣਾ ਹੱਕ ਜਤਾਇਆ ਹੈ। ਔਰ ਜਿਹੜਾ ਮਾਲਕ ਹੋਏ, ਧਨ ਉਹਦੇ ਕੋਲ ਅਵਸ਼ ਹੋਏਗਾ। ਜਿਹੜਾ ਪਤੀ ਹੈ, ਜ਼ਰੂਰ ਉਹਦੀ ਪਤਨੀ ਵੀ ਹੋਏਗੀ, ਤਾਂ ਹੀ ਪਤੀ ਹੈ। ਜਿਹੜੀ ਮਾਂ ਹੈ, ਜ਼ਰੂਰ ਉਹਦਾ ਪੁੱਤਰ ਹੈ, ਤਾਂ ਹੀ ਮਾਂ ਅਖਵਾ ਰਹੀ ਹੈ। ਔਰ ਜਿਹੜਾ ਮਾਲਕ ਹੈ, ਤਾਂ ਹੀ ਉਹ ਮਾਲਕ ਹੈ ਜੇ ਉਹਦੇ ਕੋਲ ਧਨ ਹੈ। ਇਹ ਸੱਚੇ ਪਾਤਸ਼ਾਹ, ਤੁਸੀਂ ਮਾਲਕ ਹੋ, ਮੈਂ ਤੁਹਾਡਾ ਧਨ ਹਾਂ। ਮਨ ਤੇ ਧੋਖਾ ਤਾਲ ਹੈ, ਜਾਂ ਸਿਫਤ ਕਰੀ ਅਰਦਾਸ। ਕਿਸੇ ਸਿੱਖ ਨੇ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਮਨ ਉੱਪਰੋਂ ਇਹ ਜਿਹੜੀ ਦੋਸ਼ਾਂ ਦੀ ਮੈਲ ਕਿਵੇਂ ਉਤਾਰੀਏ? ਅਤੇ ਸਤਿਗੁਰੂ ਕਹਿਣ ਲੱਗੇ, ਹਮੇਸ਼ਾ ਉਹਦੇ ਅੱਗੇ ਅਰਦਾਸ ਕਰ, ਉਹਦੇ ਅੱਗੇ ਜੋਦੜੀਆਂ ਕਰ, ਉਹਦੇ ਅੱਗੇ ਹਮੇਸ਼ਾ ਤਰਲੇ ਕਰ। ਉਹ ਤੇਰੀ ਅਰਦਾਸ ਜ਼ਰੂਰ ਪ੍ਰਵਾਨ ਕਰੇਗਾ। ਬਿਰਥੀ ਕਦੇ ਨਾ ਜਾਵੇ ਜਨ ਕੀ ਅਰਦਾਸ। ਸੋ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ। ਤਾਂ ਕੋ ਬਿਗੜ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹੈ ਜਿਹੜਾ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ। ਦੋਹਰਾ ਅਗਰਜ ਸ੍ਰੀ ਨਾਨਕ ਤਬੈ ਧਰ ਕਰ ਮਧੁਰ ਆਹਾਰ। ਇਹ ਸਤਿਗੁਰੂ ਜੀ ਨੇ ਅੰਮ੍ਰਿਤਮਈ ਮੁਖਾਰ ਬਿੰਦ ਤੋਂ ਸੁੰਦਰ ਗੁਰਬਾਣੀ ਉਚਾਰੀ ਹੈ ਨਾ ਜਿਸ ਵਕਤ, ਅਤੇ ਮਾਤਾ ਪਿਤਾ ਅਤੇ ਹੋਰ ਸੰਬੰਧੀਆਂ ਨੂੰ ਇਸ ਦੀ ਕੋਈ ਸਮਝ ਨਹੀਂ ਲੱਗੀ ਹੈ। ਲੱਗੇਗੀ ਵੀ ਕਿਵੇਂ? ਕਿਉਂਕਿ ਉਹਨਾਂ ਨੂੰ ਪੁੱਤ ਦਿਸ ਰਿਹਾ ਹੈ, ਹਾਲੇ ਪੁੱਤਰ ਨਜ਼ਰ ਆ ਰਿਹਾ ਹੈ। ਜਿੰਨਾ ਚਿਰ ਆਪਣਾ ਪਰਾਇਆ ਨਜ਼ਰ ਆਉਂਦਾ ਹੈ, ਉਹਨਾਂ ਚਿਰ ਬੋਧ ਨਹੀਂ ਹੋ ਸਕਦਾ ਹੈ। ਪੁੱਤਰ ਨਜ਼ਰ ਆਉਂਦਾ ਹੈ ਅਤੇ ਮਾਤਾ ਕਹਿਣਗੇ, ਅਗਰਜ ਸ੍ਰੀ ਨਾਨਕ ਤਬੈ ਧਰ ਕਰ ਮਧੁਰ ਆਹਾਰ। ਮਾਤਾ ਜੀ ਨੇ ਸੁੰਦਰ ਮਿੱਠੇ ਚੌਲ ਜਿਹੜੇ ਬਣਾਏ ਸੀ ਘਰੋਂ ਲਿਆ ਕੇ, ਹੋਰ ਭੋਜਨ ਪਕਾਇਆ ਸੀ, ਪੁੱਤਰ ਦੇ ਅੱਗੇ ਥਾਲ ਪਰੋਸ ਕੇ ਮਾਤਾ ਨੇ ਰੱਖ ਦਿੱਤਾ ਹੈ। ਕੀ ਆਖਦੇ ਆ ਮਾਤਾ ਜੀ? ਖਾਹੂ ਤਾਤ ਮਾਤਾ ਕਹਿ ਹੋਵੇ ਮੁਝ ਹਰਖ ਅਪਾਰ। ਮਾਤਾ ਕਹਿੰਦੇ ਆ, ਪੁੱਤਰ ਭੋਜਨ ਛਕੋ, ਭੋਜਨ ਤੁਸੀਂ ਛਕੋਗੇ, ਖੁਸ਼ੀ ਮੈਨੂੰ ਹੋਵੇਗੀ। ਇਹ ਮਾਤਾ ਦਾ ਪ੍ਰੇਮ ਪੁੱਤਰ ਨਾਲ ਹੁੰਦਾ ਹੈ। ਜਦੋਂ ਪੁੱਤ ਨੂੰ ਦੁੱਖ ਆਉਂਦਾ ਹੈ, ਦੁੱਖ ਪੁੱਤ ਨੂੰ ਹੈ ਅਤੇ ਰੋਂਦੀ ਮਾਂ ਹੈ। ਇਸੇ ਤਰ੍ਹਾਂ ਪੁੱਤਰ ਹੱਸ ਰਿਹਾ ਹੈ, ਖੁਸ਼ ਹੋ ਰਿਹਾ ਹੈ। ਪੁੱਤਰ ਦੀ ਖੁਸ਼ੀ ਵਿੱਚ ਮਾਂ ਦੀ ਖੁਸ਼ੀ ਲੁਕੀ ਹੋਈ ਹੈ। ਮਾਂ ਭਾਵੇਂ ਮੁਖ ਤੋਂ ਨਹੀਂ ਹੱਸਦੀ ਹੈ, ਪਰ ਚਿੱਤ ਨਿਹਾਲ ਹੋ ਰਿਹਾ ਹੈ। ਚਿੱਤ ਵਿੱਚ ਇੱਕ ਹੁਲਾਸ ਉੱਠ ਰਿਹਾ ਹੈ ਕਿ ਮੇਰਾ ਪੁੱਤਰ ਖੁਸ਼ ਹੈ। ਮਾਤਾ ਜੀ ਕਹਿੰਦੇ, ਪੁੱਤਰ ਜੀ ਭੋਜਨ ਛਕੋ, ਤੁਸੀਂ ਭੋਜਨ ਛਕੋਗੇ, ਮੈਨੂੰ ਬੜੀ ਖੁਸ਼ੀ ਹੋਏਗੀ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੁਝ ਛਕਿਆ ਹੋਏਗਾ। ਮੈਂ ਤੁਹਾਡੇ ਚਿਹਰੇ ਤੋਂ ਦੇਖ ਰਹੀ ਹਾਂ, ਲੱਗਦਾ ਹੈ ਤੁਸੀਂ ਕੁਝ ਛਕਿਆ ਨਹੀਂ ਹੈ ਭੋਜਨ। ਮਾਂ ਦਾ ਸੁਭਾਅ ਹੈ, ਭਾਵੇਂ ਸਭ ਕੁਝ ਛਕਿਆ ਹੋਏ, ਫਿਰ ਵੀ ਉਹਨੇ ਮੱਲੋ ਜੋਰੀ ਕੁਝ ਨਾ ਕੁਝ ਛਕਾ ਹੀ ਦੇਣਾ ਹੈ। ਇਹ ਮਾਂ ਦਾ ਪ੍ਰੇਮ ਹੈ। ਮਾਤਾ ਜੀ ਕਹਿਣ ਲੱਗੇ ਕਿ ਮੈਂ ਯਕੀਨ ਨਹੀਂ ਕਰਦੀ ਹਾਂ ਕਿ ਤੁਸੀਂ ਕੁਝ ਛਕਿਆ ਹੈ, ਜ਼ਰੂਰ ਮੇਰੇ ਸਾਹਮਣੇ ਕੁਝ ਛਕੋ, ਤਾਂ ਕਰਕੇ ਮੈਨੂੰ ਸ਼ਾਂਤੀ ਆ ਜਾਏ। ਚੌਪਈ ਸੁਣ ਸ਼੍ਰੀ ਨਾਨਕ ਬਚਨ ਉਚਾਰੇ, ਸੁਣ ਕੇ ਦੀਨ ਦੁਨੀ ਕੇ ਵਾਲੀ ਸਤਿਗੁਰੂ ਜੀ ਨੇ ਮਾਤਾ ਪ੍ਰਥਾਏ ਬਚਨ ਅਲਾਏ। ਨਿਤ ਤ੍ਰਿਪਤਿਓ ਨਹਿ ਭੂਖ ਹਮਾਰੇ। ਸਤਿਗੁਰੂ ਕਹਿੰਦੇ ਅਸੀਂ ਸਦਾ ਹੀ ਰੱਜੇ ਹੋਏ ਹਾਂ, ਸਾਨੂੰ ਭੁੱਖ ਨਹੀਂ ਲੱਗਦੀ ਹੈ, ਅਸੀਂ ਸਦਾ ਰੱਜੇ ਹੋਏ ਹਾਂ। ਔਰ ਇਹ ਗੱਲ ਅਲੌਕਿਕ ਜੀ ਲੱਗੇਗੀ। ਕੋਈ ਮਨੁੱਖ ਕਹਿ ਸਕਦਾ ਹੈ ਕਿ ਮੈਂ ਭੋਜਨ ਨਹੀਂ ਛਕਦਾ ਹਾਂ, ਮੈਂ ਰੱਜਿਆ ਹੋਇਆ ਹਾਂ। ਆਮ ਮਨੁੱਖ ਵਾਸਤੇ ਤਾਂ ਇੱਕ ਬਹੁਤ ਵੱਡੀ ਘਟਨਾ ਹੋਏਗੀ ਨਾ, ਕਿ ਕੋਈ ਮਨੁੱਖ ਭੋਜਨ ਹੀ ਨਹੀਂ ਖਾਂਦਾ ਹੈ, ਬੜੀ ਵੱਡੀ ਗੱਲ ਦਿਸਦੀ ਹੈ। ਹੁਣ ਸਤਿਗੁਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਭੋਜਨ ਛਕਦੇ ਨਹੀਂ ਹਾਂ, ਅਸੀਂ ਸਦਾ ਰੱਜੇ ਹੋਏ ਹਾਂ। ਇਹ ਸੁਣ ਕੇ ਤਾਂ ਇੱਕ ਵਾਰ ਅਸ ਭੋਜਨ ਕੀਨਾ। ਇਹ ਮਾਤਾ ਜੀ ਆ ਪਿਤਾ ਜੀ, ਅਸੀਂ ਇੱਕ ਵਾਰੀ ਭੋਜਨ ਛਕਿਆ ਸੀ ਇੱਕ ਵਾਰ। ਉਹ ਕਿਹੜਾ ਭੋਜਨ ਛਕਿਆ? ਬਹੁਰ ਨਾ ਸ਼ੁਦਾ ਦੇਹ ਮੈਂ ਕੀਨਾ। ਉਹ ਨਾਮ ਦਾ ਰਸ ਇੱਕ ਵਾਰੀ ਜਦੋਂ ਚੱਖਿਆ ਹੈ,
ਸਰੀਰ ਦੀਆਂ ਸਾਰੀਆਂ ਭੁੱਖਾਂ ਤਰੇਹਾਂ ਮਿਟ ਗਈਆਂ ਨੇ। ਇਹ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਕਾ ਨਾਮ ਧਿਆਨ। ਸੋ ਉਹਦਾ ਭੋਜਨ ਗਿਆਨ ਹੈ, ਨਾਮ ਵਿੱਚ ਉਹਦਾ ਧਿਆਨ ਲੱਗਾ ਰਹਿੰਦਾ ਹੈ। ਔਰ ਅੰਮ੍ਰਿਤ ਰੂਪੀ ਰਸ ਉਹਨਾਂ ਦੇ 10ਵੇਂ ਦੁਆਰ ਤੋਂ ਟਪਕਦਾ ਰਹਿੰਦਾ ਹੈ। ਉਹ ਰਸ ਕਰਕੇ ਉਹਨਾਂ ਨੂੰ ਸਰੀਰ ਨੂੰ ਕੋਈ ਭੁੱਖ ਨਹੀਂ ਲੱਗਦੀ ਹੈ। ਇਹ ਸਤਿਗੁਰੂ ਕਹਿੰਦੇ ਸਾਨੂੰ ਕੋਈ ਭੁੱਖ ਨਹੀਂ ਹੈ। ਇੱਕ ਵਾਰੀ ਨਾਮ ਚੱਖਿਆ, ਹੁਣ ਸਾਰੀਆਂ ਤ੍ਰਿਸ਼ਨਾਵਾਂ ਮਨ ਦੀਆਂ ਤਨ ਦੀਆਂ ਸਭ ਵਿਲੀਨ ਹੋ ਗਈਆਂ ਨੇ। ਹੁਣ ਨਹੀਂ ਭੁੱਖ ਲੱਗਦੀ ਹੈ ਸਾਨੂੰ। ਕੋ ਭੋਜਨ ਤਬ ਕਾਲੂ ਨੇ ਬਚਨ ਉਚਾਰੇ। ਹੁਣ ਬਾਬਾ ਕਲਿਆਣ ਦਾਸ ਬਾਪ ਹੈ, ਔਰ ਬਾਪ ਦਾ ਸੁਭਾਅ ਹਮੇਸ਼ਾ ਰੁੱਖਾ ਹੀ ਹੁੰਦਾ ਹੈ, ਕਰੜਾ ਹੀ ਹੁੰਦਾ ਹੈ। ਬਾਪ ਨੂੰ ਦੇਖ ਕੇ ਫਿਰ ਗੁੱਸਾ ਆ ਰਿਹਾ ਹੈ ਕਿ ਅੱਜ ਇੰਨੇ ਚਿਰ ਬਾਅਦ ਮਿਲੇ ਹੈ, ਅੱਜ ਫਿਰ ਉਹ ਗੱਲਾਂ, ਪੁਰਾਣੀਆਂ ਗੱਲਾਂ, ਜਿਨ੍ਹਾਂ ਗੱਲਾਂ ਕਰਕੇ ਇਹਨਾਂ ਨੂੰ ਅਸੀਂ ਕਿਹਾ ਸੀ ਵੀ ਹੁਣ ਤੁਸੀਂ ਸਾਡੇ ਮੱਥੇ ਨਾਲ ਲੱਗੋ, ਅੱਜ ਫਿਰ ਉਹੀ ਗੱਲਾਂ। ਕਿਉਂਕਿ ਸੁਭਾਅ ਨਹੀਂ ਨਾ ਮਿਲਦਾ ਹੈ, ਸੁਭਾਅ ਤਾਲੁਕ ਨਹੀਂ ਜੁੜਦਾ ਪਿਆ ਹੈ। ਇਹ ਉਦੋਂ ਹੀ ਜੁੜੇਗਾ ਜਦੋਂ ਸਤਿਗੁਰਾਂ ਨੇ ਆਪ ਬੋਧ ਕਰਾ ਦਿੱਤਾ। ਫਿਰ ਬਾਬਾ ਕਾਲੂ ਜੀ ਨੇ ਕਹਿਣਾ ਹੈ ਕਿ ਅਸੀਂ ਤੁਹਾਨੂੰ ਪਹਿਚਾਣ ਹੀ ਨਾ ਸਕੇ, ਅਸੀਂ ਭੁੱਲ ਗਏ ਸਾਂ। ਅਤੇ ਸਤਿਗੁਰਾਂ ਨੇ ਕਹਿਣਾ ਬਾਪ ਜੀ ਨਿਰਾਸ਼ ਨਹੀਂ ਹੋਣਾ, ਇਹ ਮਾਇਆ ਅਸੀਂ ਆਪ ਵਰਤਾਈ ਸੀ। ਹੁਣ ਬਾਪ ਨੂੰ ਨਹੀਂ ਪਤਾ ਹੈ, ਅਗਿਆਨ ਵਸੀ ਹੋਏ ਪੁੱਛਦੇ ਨੇ। ਕਹਿਣ ਲੱਗੇ ਕੋ ਭੋਜਨ ਕਰ ਤ੍ਰਿਪਤੀ ਤੁਮੈ। ਕਹਿਣ ਲੱਗੇ ਕਿਹੜਾ ਭੋਜਨ ਖਾਧਾ ਹੈ ਤੂੰ ਜਿਸ ਕਰਕੇ ਰੱਜ ਗਿਆ ਹੈ? ਅਸੀਂ ਤਾਂ ਤੈਨੂੰ ਦੇਖਿਆ ਨਹੀਂ ਕਦੇ, ਤੂੰ ਕਿਹੜਾ ਭੋਜਨ ਛਕਦਾ ਸੀ? ਇੱਥੇ ਤੇ ਤੂੰ ਰੋਜ਼ਾਨਾ ਖਿਚੜੀ ਛਕਦਾ ਹੁੰਦਾ ਸੀ ਸਾਡੇ ਸਾਹਮਣੇ, ਅਤੇ ਹੋਰ ਤੇ ਤੂੰ ਕੋਈ ਭੋਜਨ ਨਹੀਂ ਸੀ ਛਕਦਾ। ਹੁਣ ਇਹੋ ਜਿਹਾ ਕਿਹੜਾ ਤੂੰ ਭੋਜਨ ਖਾ ਲਿਆ ਕਿ ਹੁਣ ਤੈਨੂੰ ਭੁੱਖ ਹੀ ਨਹੀਂ ਲੱਗਦੀ ਹੈ? ਇਸ ਤਰ੍ਹਾਂ ਬਾਪ ਨੇ ਜਦੋਂ ਪੁੱਛਿਆ ਤਾਂ ਸਰਬ ਸੁਣਾ ਮੋਹ ਸੋ ਕਹੋ ਹਮੈ। ਸਾਰੀ ਵਾਰਤਾ ਦੱਸੋ, ਕਿਧਰੇ ਕੋਈ ਜ਼ਿਆਦਾ ਜ਼ਬਰਦਸਤ ਚੀਜ਼ ਤਾਂ ਨਹੀਂ ਛਕ ਲਈ ਹੈ ਤੁਸੀਂ ਕਿ ਭੁੱਖ ਹੀ ਨਹੀਂ ਲੱਗਦੀ ਹੈ? ਹੁਣ ਕੀ ਖਾ ਲਿਆ ਹੈ ਤੁਸੀਂ? ਕੁਝ ਸਰੀਰ 'ਤੇ ਨਹੀਂ ਬਿਮਾਰ ਹੈ ਤੁਹਾਡਾ? ਕਿਉਂ ਨਹੀਂ ਭੋਜਨ ਛਕਦੇ ਹੋ? ਸਾਰੀ ਵਾਰਤਾ ਦੱਸੋ ਸਾਨੂੰ। ਕੋ ਤ੍ਰਿਪਤਾ ਹਮ ਆਹਾਰ ਆਨਿਓ ਨਹਿ ਖਾਏ। ਬਾਪ ਜੀ ਕਹਿਣ ਲੱਗੇ ਵੀ ਅਸੀਂ ਭੋਜਨ ਲਿਆਂਦਾ ਹੈ, ਤੁਸੀਂ ਇੱਕ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਈ ਹੈ। ਕੀ ਵਜ੍ਹਾ ਹੈ? ਆਪ ਦੀ ਸਾਰੀ ਵਜ੍ਹਾ ਕਾਰਨ ਸਾਨੂੰ ਦੱਸ ਦਿਓ। ਉੱਤਰ ਸੁਣਾਵੋ ਰਹਿ ਤ੍ਰਿਪਤਾਏ। ਦੱਸ ਦਿਓ ਤੁਸੀਂ ਸਾਨੂੰ ਵੀ ਕਿਵੇਂ ਰੱਜੇ ਰਹਿੰਦੇ ਹੋ? ਕਿਉਂਕਿ ਮਨੁੱਖ ਦਾ ਤੇ ਆਹਾਰ ਹੈ ਭੋਜਨ, ਸਰੀਰ 'ਤੇ ਚੱਲਦਾ ਹੀ ਭੋਜਨ ਨਾਲ ਹੈ। ਤੁਸੀਂ ਭੋਜਨ ਤੋਂ ਬਿਨਾਂ ਕਿਵੇਂ ਰਹੀ ਜਾਂਦੇ ਹੋ? ਸਾਨੂੰ ਦੱਸ ਦਿਓ। ਕੋ ਵਿਪਰੀਤ ਹਿਰਦੇ ਮੈਂ ਠਾਨੀ। ਲੱਗਦਾ ਹੈ ਤੁਸੀਂ ਹੁਣ ਵਰਤ ਰੱਖਣੇ ਸ਼ੁਰੂ ਕਰ ਦਿੱਤੇ ਹੈ। ਹੁਣ ਬਾਪ ਦਾ ਸੁਭਾਅ ਹੈ, ਬਾਪ ਨੇ ਆਪਣੇ ਹਿਸਾਬ ਨਾਲ ਦੇਖਣਾ ਹੈ। ਬਾਪ ਕਹਿੰਦੇ ਲੱਗਦਾ ਹੁਣ ਤੂੰ ਸਾਧਾਂ ਨਾਲ, ਫਕੀਰਾਂ ਨਾਲ ਰਹਿ ਕੇ ਆਹ ਵਰਤ ਸਿੱਖਣੇ ਦੀ ਨਵੀਂ ਜਾਚ ਸਿੱਖ ਲਈ ਹੈ। ਵਰਤ ਰੱਖਣ ਲੱਗ ਪਿਆ, ਲੱਗਦਾ ਹੁਣ ਤੂੰ ਤਾਂ ਹੀ ਹੋ ਨਹੀਂ ਸਕਦਾ ਕੁਝ। ਤੈਨੂੰ ਕਹਿ ਰਹੇ ਹਾਂ ਥੋੜ੍ਹਾ ਛਕ ਲੈ, ਤੁਸੀਂ ਕਹਿੰਦੇ ਹੋ ਅਸੀਂ ਛਕਿਆ ਹੋਇਆ ਹੈ, ਰੱਜੇ ਹੋਏ ਹਾਂ। ਦੱਸੋ ਕੀ ਛਕਿਆ ਹੈ ਤੁਸੀਂ? ਸੁਣ ਸ਼੍ਰੀ ਨਾਨਕ ਬੋਲੇ ਬਾਣੀ। ਸੁਣ ਕੇ ਸਤਿਗੁਰੂ ਜੀ ਸ੍ਰੀ ਰਾਗ ਵਿੱਚ ਮਹਾਰਾਜ ਨੇ ਸ਼ਬਦ ਉਚਾਰਿਆ ਹੈ। ਸ੍ਰੀ ਰਾਗ ਵਿੱਚ ਜਿਹੜੀ ਬਾਣੀ ਆ ਮਹਾਰਾਜ ਦੀ, ਉਹ ਸਤਿਗੁਰਾਂ ਨੇ ਉਚਾਰੀ ਹੈ। ਉਸ ਵਕਤ ਸ਼੍ਰੀ ਰਾਗ ਮਹੱਲਾ ਪਹਿਲਾ। ਸ਼੍ਰੀ ਰਾਗ ਦੇ ਵਿੱਚ ਜਿਹੜਾ ਸਤਿਗੁਰਾਂ ਦਾ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਰਾਗ ਸ਼੍ਰੀ ਰਾਗ ਹੈ। ਰਾਗਾਂ ਵਿੱਚ ਸ਼੍ਰੀ ਰਾਗ ਹੈ। ਇਹ ਪਹਿਲਾ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਪਹਿਲੇ ਰਾਗ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਸੀ ਉਸ ਵੇਲੇ। ਸਭ ਰਸ ਮਿੱਠੇ ਮੈਂ ਮੰਨਿਆ, ਸੁਣਿਆ ਸਾਲੋਂ ਨੇ। ਵਾਹਿਗੁਰੂ ਦੇ ਨਾਮ ਨੂੰ ਸੁਣਨਾ, ਇਹ ਜਿਹੜੇ ਮਿੱਠੇ ਰਸ ਅਸੀਂ ਭੋਗਦੇ ਹਾਂ, ਜਿਹੜਾ ਨਾਮ ਨੂੰ ਸੁਣਨਾ ਹੈ ਧਿਆਨ ਨਾਲ, ਧਿਆਨ ਨਾਲ ਨਾਮ ਨੂੰ ਸੁਣਦਿਆਂ ਹੋਇਆ ਹੁਣ ਸਾਡੇ ਸਰੀਰ ਦੀ ਭੁੱਖ ਉਤਰ ਗਈ ਹੈ। ਕਿਉਂਕਿ ਧਿਆਨ ਇੱਕ ਭੋਜਨ ਹੈ, ਧਿਆਨ ਇੱਕ ਇਹੋ ਜਿਹਾ ਆਹਾਰ ਹੈ ਅਤੇ ਮਨੁੱਖ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ। ਜਿਉਂ-ਜਿਉਂ ਮਨੁੱਖ ਸਾਧਨਾ ਕਰਦਾ ਹੈ, ਸਰੀਰ ਦੀ ਭੁੱਖ ਤਿਉਂ-ਤਿਉਂ ਖਤਮ ਹੁੰਦੀ ਜਾਂਦੀ ਹੈ। ਔਰ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ, ਮਨੁੱਖ ਕਹਿੰਦਾ ਹੁਣ ਮੈਨੂੰ ਭੁੱਖ ਨਹੀਂ, ਹੁਣ ਲੋੜ ਕੋਈ ਨਹੀਂ ਹੈ। ਸੋ ਇਹ ਸਤਿਗੁਰਾਂ ਦੀ ਅਵਸਥਾ ਬਣੀ ਹੋਈ ਹੈ। ਕੁਝ ਵੀ ਨਹੀਂ ਛਕਦੇ ਹੈ, ਫਿਰ ਵੀ ਸਤਿਗੁਰੂ ਆਨੰਦ ਚਿੱਤ ਪ੍ਰਸੰਨ ਹੈ। ਸਤਿਗੁਰੂ ਕਹਿੰਦੇ ਆ ਸਭ ਰਸ ਮਿੱਠਾ ਸੁਣਿਆ, ਸਭ ਰਸ ਮਿੱਠਾ ਮੰਨਿਆ, ਸੁਣਿਆ ਸਾਲੋਂ ਨੇ। ਵਾਹਿਗੁਰੂ ਦੇ ਨਾਮ 'ਤੇ ਭਰੋਸਾ ਕਰਨਾ,
ਇਹ ਮਿੱਠਾ ਰਸ ਅਸੀਂ ਲੈ ਰਹੇ ਹਾਂ। ਅਤੇ ਜਿਹੜਾ ਨਾਮ ਨੂੰ ਸੁਣਨਾ ਹੈ, ਇਹ ਨਮਕੀਨ ਵਾਲੇ ਚੌਲ ਹੋ ਗਏ, ਨਮਕੀਨ ਵਾਲੇ ਪਦਾਰਥ ਹੋ ਗਏ, ਸੋ ਉਹ ਅਸੀਂ ਛਕਦੇ ਹਾਂ। ਇਹ ਮਾਤਾ ਜੀ, ਇਹ ਪਿਤਾ ਜੀ, ਨਾਮ ਨੂੰ ਸੁਣਨਾ, ਮੰਨਣਾ, ਇਹੋ ਹੀ ਸਾਡਾ ਆਹਾਰ ਹੈ। ਖੱਟ ਤੁਲਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਅਤੇ ਫਿਰ ਜਿਹੜੇ ਖੱਟ ਰਸ ਨੇ, ਛੇ ਰਸ ਨੇ, ਮਿੱਠੇ, ਫਿੱਕੇ, ਕਸੈਲੇ, ਫਿਰ ਇਸੇ ਤਰ੍ਹਾਂ ਨਮਕੀਨ ਵਾਲੇ, ਇਹ ਸਤਿਗੁਰੂ ਜੀ ਕਹਿਣ ਲੱਗੇ ਜਿੰਨੇ ਰਸ ਹੈ ਨਾ, ਇਹ ਸਾਰੇ ਰਸ ਸਾਨੂੰ ਨਾਮ ਦੇ ਉਚਾਰਿਆਂ ਮਿਲਦੇ ਨੇ। ਜਦੋਂ ਅਸੀਂ ਉੱਚੀ ਧੁਨੀ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਦੋਂ ਸਾਡੇ ਸਾਰੇ ਸਰੀਰ ਨੂੰ ਰਸ ਮਿਲਦਾ ਹੈ, ਇੱਕ ਅਦੁੱਤੀ ਰਸ ਮਿਲਦਾ ਹੈ। ਉਹ ਰਸ ਹੁਣ ਖਤਮ ਨਹੀਂ ਹੁੰਦਾ ਹੈ। ਹੁਣ ਅਸੀਂ ਰਸਨਾ ਦੁਆਰਾ ਨਾਮ ਜਪੀਏ ਚਾਹੇ ਨਾ ਜਪੀਏ, ਉਹ ਰਸ ਸਾਡੇ ਅੰਦਰ ਟਿਕ ਗਿਆ ਹੈ। ਹੁਣ ਸਾਨੂੰ ਭੁੱਖ ਨਹੀਂ ਲੱਗਦੀ ਹੈ, ਪਰ ਮਾਂ ਕੀ ਜਾਣੇ, ਪਿਤਾ ਕੀ ਜਾਣੇ, ਉਹ ਰਸ, ਉਹ ਅਵਸਥਾ ਜਦੋਂ ਮਿਲਦੀ ਉਦੋਂ ਹੀ ਪਤਾ ਲੱਗਦਾ ਹੈ। ਜਦੋਂ ਨਹੀਂ ਮਿਲੀ ਉਹਨਾਂ ਚਿਰ ਤਾਂ ਇੱਕ ਬੁਝਾਰਤਾਂ ਨੇ। ਮਨੁੱਖ ਸੋਚੇਗਾ ਇਹ ਕਿਵੇਂ ਹੋ ਸਕਦਾ ਹੈ, ਪਰ ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਉਸ ਅਵਸਥਾ 'ਤੇ ਜਾਣਾ ਪਵੇਗਾ। ਮਨੁੱਖ ਤਾਂ ਇਹ ਵੀ ਕਹਿ ਦਿੰਦਾ ਹੈ ਕਿ ਵਾਹਿਗੁਰੂ ਤੱਕ ਕਿਵੇਂ ਅਪੜਿਆ ਜਾ ਸਕਦਾ ਹੈ, ਉਹਦੇ ਬਾਰੇ ਕੋਈ ਸੋਚ ਵਿਚਾਰ ਨਹੀਂ। ਮਨੁੱਖ ਜੋ ਦਿਸਦਾ ਪਿਆ ਉਸ 'ਤੇ ਐਨ ਇਨ ਬਿਨ ਭਰੋਸਾ ਕਰ ਲੈਂਦਾ ਹੈ, ਪਰ ਜੋ ਨਹੀਂ ਦਿਸਦਾ ਉਸ 'ਤੇ ਭਰੋਸਾ ਕਰੇਗਾ ਤਾਂ ਪ੍ਰਾਪਤੀ ਹੈ। ਵਾਹਿਗੁਰੂ ਨੂੰ ਮਿਲਣ ਵਾਸਤੇ ਅੰਧੀ ਸ਼ਰਧਾ ਰੱਖਣੀ ਲਾਜ਼ਮੀ ਹੈ, ਪਰ ਜਿਸ 'ਤੇ ਸ਼ਰਧਾ ਰੱਖਣੀ ਹੈ ਉਹ ਪੂਰਾ ਹੋਏ। ਜੇ ਗੁਰੂ 'ਤੇ ਸ਼ਰਧਾ ਰੱਖੀ ਹੈ, ਭਾਵੇਂ ਅੰਨੀ ਰੱਖੀ ਹੋਈ ਹੈ ਸ਼ਰਧਾ, ਕੋਈ ਪਤਾ ਨਹੀਂ ਗੁਰੂ ਨੇ ਕੀ ਕੌਤਕ ਵਰਤਾ ਦੇਣਾ, ਪਰ ਸ਼ਰਧਾ ਹੈ, ਭਰੋਸਾ ਹੈ। ਪਰ ਗੁਰੂ ਪੂਰਾ ਹੋਏ, ਗੁਰੂ ਨਾ ਅਧੂਰਾ ਹੋਏ। ਜੇ ਗੁਰੂ ਅਧੂਰਾ ਹੋਇਆ ਫਿਰ ਤਾਂ ਉਹ ਆਪ ਡੁੱਬੇ ਚਹੁਬੇਦ ਮੈਂ ਚੇਲੇ ਦੀਏ ਬਹਾਏ। ਉਹ ਤਾਂ ਉਹਨਾਂ ਦੀ ਹਾਲਤ ਇਹੋ ਜਿਹੀ ਹੋਏਗੀ, ਆਪ ਵੀ ਡੁੱਬੇਗਾ, ਹੋਰਾਂ ਨੂੰ ਵੀ ਡੁਬਾਏਗਾ। ਪਰ ਸਤਿਗੁਰੂ ਜੀ ਨੇ ਇਹ ਨਾਮ ਦਾ ਰਸ ਅਕਾਲ ਪੁਰਖ ਵਾਹਿਗੁਰੂ ਦੀ ਸਾਧਨਾ ਕਰਕੇ ਉਸ ਰਸ ਨੂੰ ਚੱਖਿਆ ਹੈ। ਹੁਣ ਦੁਨਿਆਵੀ ਪਦਾਰਥਾਂ ਦਾ ਰਸ ਚੰਗਾ ਹੀ ਨਹੀਂ ਲੱਗਦਾ ਹੈ। ਹੁਣ ਸਰੀਰ ਨੂੰ ਖਾਂ ਕਿਉਂ ਅਸੀਂ ਵੱਧ ਰਜਾਉਣਾ ਹੈ? ਸਤਿਗੁਰੂ ਕਹਿਣ ਲੱਗੇ ਸਾਨੂੰ ਹੁਣ ਮਾਰਨ ਨਾਦ ਕੀਏ। ਜਿਹੜੇ ਅਸੀਂ ਸ਼ਬਦਾਂ ਦੀਆਂ ਲੜੀਆਂ ਪੜੋ ਕੇ ਬਾਣੀ ਪੜ੍ਹਦੇ ਹਾਂ ਨਾ, ਵਾਹਿਗੁਰੂ ਦੇ ਜਸ ਗਾਉਂਦੇ ਹਾਂ, ਇਹ ਜਿਹੜੇ ਸ਼ਬਦਾਂ ਦਾ ਉਚਾਰਨ ਕਰਨਾ ਹੈ, ਨਾਦ ਗਾਉਣੇ, ਰਾਗ ਪੜ੍ਹਨੇ ਹੈ, ਇਹ ਕਹਿਣ ਲੱਗੇ ਅਸੀਂ ਇਹ ਰਸ ਚੱਖਿਆ ਹੋਇਆ ਹੈ, 6 ਰਸ ਚੱਖੇ ਹੋਏ ਨੇ। 36 ਅੰਮ੍ਰਿਤ ਭਾਵ ਏਕ ਜਾਨੋ ਨਦਰ ਕਰੇ। 36 ਪ੍ਰਕਾਰ ਦੇ ਭੋਜਨ ਕਹਿਣ ਲੱਗੇ ਇਸ ਅਸੀਂ ਚੱਖ ਲੈਂਦੇ ਹਾਂ। ਕਦੋਂ? ਜਾਨੋ ਨਦਰ ਕਰੇ, ਜਾਂ ਤੋਂ ਨਦਰ ਕਰੇ। ਜਿਸ 'ਤੇ ਵਾਹਿਗੁਰੂ ਨਦਰ ਕਰਦੇ ਨਾ, ਉਹਨੂੰ 36 ਪ੍ਰਕਾਰ ਦੇ ਭੋਜਨਾਂ ਦਾ ਰਸ ਆ ਜਾਂਦਾ ਹੈ। 36 ਪ੍ਰਕਾਰ ਦੇ ਭੋਜਨ ਇਹ ਤਾਂ ਥੋੜ੍ਹੇ ਕਹਿ ਦਿੱਤੇ, ਉਹਨਾਂ ਨੂੰ ਤਾਂ ਇਹੋ ਜਿਹਾ ਰਸ ਹੁੰਦਾ ਹੈ। ਫਿਰ ਉਹ ਰਸ ਆਵਾ, ਇਹ ਰਸ ਨਹੀਂ ਭਾਵਾ। ਫਿਰ ਦੁਨਿਆਵੀ ਰਸ ਚੰਗੇ ਨਹੀਂ ਲੱਗਣਗੇ, ਪਰ ਉਹ ਰਸ ਵਾਸਤੇ ਕੁਝ ਸਮਾਂ ਉਡੀਕਣਾ ਪਵੇਗਾ, ਘਾਲਣਾ ਤੇ ਕਰਨੀ ਪਵੇਗੀ, ਔਰ ਭਰੋਸਾ ਰੱਖਣਾ ਲਾਜ਼ਮੀ ਹੈ, ਸ਼ਰਧਾ ਲਾਜ਼ਮੀ ਹੈ। ਜੇ ਸੋਚੇ ਕਿ ਭਰੋਸਾ ਮੇਰਾ ਕੋਈ ਨਹੀਂ ਹੈ, ਉਹਦਾ ਮੈਂ ਨਾਮ ਵੀ ਜਪਦਾ ਹਾਂ, ਉਹਦਾ ਰਸ ਤੇ ਮਿਲੇਗਾ, ਪਰ ਸਮਾਂ ਜ਼ਿਆਦਾ ਲੱਗੇਗਾ ਫਿਰ, ਕਿਉਂਕਿ ਸ਼ਰਧਾ ਮਨੁੱਖ ਨੂੰ ਛੇਤੀ ਅਪਣਾ ਦਿੰਦੀ ਹੈ। ਗਿਆਨ ਬੋਧ ਮਨੁੱਖ ਨੂੰ ਕਈ ਅੜਚਣਾਂ ਵਿੱਚ ਲੈ ਜਾਂਦਾ ਹੈ, ਕਈ ਸਮੱਸਿਆ ਵਿੱਚ ਲੈ ਜਾਂਦਾ ਹੈ। ਇਸ ਵਾਸਤੇ ਅਗਿਆਨੀ ਮਨੁੱਖ ਜਿੰਨੀ ਛੇਤੀ ਗਿਆਨ ਹਾਸਲ ਕਰਦਾ ਨਾ, ਸ਼ਾਇਦ ਪੜ੍ਹਿਆ ਲਿਖਿਆ ਉਹਨਾਂ ਨਹੀਂ। ਕਿਉਂਕਿ ਤੁਸੀਂ ਦੇਖਦੇ ਹੋ ਇਤਿਹਾਸ ਪੜ੍ਹ ਕੇ, ਜਿੰਨੇ ਵਿਗੜੇ ਤਿਗੜੇ ਸਿੱਧੇ ਹੋਏ ਆ ਨਾ, ਉਹਨੇ ਆਮ ਮਨੁੱਖ ਨਹੀਂ। ਮਨੁੱਖ ਜਿੰਨਾ ਗਲਤੀਆਂ ਕਰਦਾ ਹੈ ਦੁਨੀਆ ਦੇ ਵਿੱਚ, ਜਿੰਨਾ ਵਿਭਚਾਰੀ ਹੈ, ਦੁਸ਼ਟ ਹੈ, ਜੇ ਕਿਧਰੇ ਭਲੇ ਪੁਰਸ਼ਾਂ ਦਾ ਸੰਗ ਹੋ ਜਾਏ, ਉਹਦਾ ਜੀਵਨ ਓਨੀ ਛੇਤੀ ਪਲਟ ਜਾਂਦਾ ਹੈ। ਇੱਕ ਮਨੁੱਖ ਉਹ ਹੈ ਜਿਹਨੂੰ ਖਾਮਖਾ ਇਹ ਭਰਮ ਪਿਆ ਹੋਇਆ ਮੈਂ ਧਰਮੀ ਹਾਂ, ਮੈਨੂੰ ਗਿਆਨ ਹੈ, ਉਹਨੂੰ ਸਮਝਾਉਣਾ ਤਾਂ ਬੜਾ ਮੁਸ਼ਕਿਲ ਹੈ। ਪਰ ਜਿਹਨੇ ਇਹ ਸਾਬਿਤ ਕਰ ਦਿੱਤਾ ਮੈਂ ਅਗਿਆਨੀ ਹਾਂ, ਮੈਨੂੰ ਕੁਝ ਨਹੀਂ ਪਤਾ ਹੈ, ਬਿਲਕੁਲ ਨਿਪਟ ਅਗਿਆਨੀ ਹਾਂ, ਜਦੋਂ ਇਹ ਗੱਲ ਜਾਣੀ ਤੇ ਗੁਰੂ ਫਿਰ ਉਸੇ ਵੇਲੇ ਕਿਰਪਾ ਕਰ ਦਿੰਦੇ ਹੈ। ਇਹ ਮਨ ਵਿੱਚ ਜਾਣਨਾ ਹੀ ਪਏਗਾ ਮੈਂ ਕੁਛ ਨਹੀਂ ਜਾਣਦਾ, ਗੁਰੂ ਮੈਨੂੰ ਕੁਝ ਨਹੀਂ ਪਤਾ ਹੈ, ਫਿਰ ਗੁਰੂ ਕਿਰਪਾ ਕਰਦੇ। ਜੇ ਪਹਿਲਾਂ ਹੀ ਆਪਦਾ ਘੜਾ ਭਰ ਕੇ ਲਿਆਂਦਾ ਹੈ, ਗੁਰੂ ਕੀ ਪਾਵੇਗਾ ਉਹਦੇ ਉੱਪਰ? ਪਹਿਲਾਂ ਘੜਾ ਖਾਲੀ ਕਰਕੇ ਆ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ, ਜਿਸ 'ਤੇ ਨਜ਼ਰ ਕਰ ਦਿੰਦੇ ਆ, ਉਹਨੂੰ 36 ਪ੍ਰਕਾਰ ਦੇ ਰਸ ਉਹਨੂੰ ਆ ਜਾਂਦੇ।
बाबा होर खाना खुशी खवार, जित खाधै तन पीड़िया मन मह चले विकार। ਇਹ ਪਿਤਾ ਜੀ ਹੋਰ ਪਦਾਰਥਾਂ ਦਾ ਛਕਣਾ, ਜਿੱਥੇ ਪੇਟ ਭਰ ਜਾਂਦਾ ਹੈ ਮਨੁੱਖ ਦਾ, ਉਸ ਤੋਂ ਵੱਧ ਕੇ ਛਕਣਾ, ਇਹ ਤਾਂ ਕਹਿਣ ਲੱਗੇ ਹੋਰ ਖਾਣਾ ਖੁਸ਼ੀ ਖਵਾਰ। ਇਹ ਜਿਹੜੇ ਮਨ ਨੂੰ ਖੁਸ਼ੀ ਦੇਣ ਦੀ ਇੱਛਾ ਹੁੰਦੀ ਹੈ, ਤੁਸੀਂ ਦੇਖਿਆ ਮਨੁੱਖ ਕੋਈ ਛਕ ਰਿਹਾ ਹੈ ਕੋਈ ਵਸਤੂ ਚੰਗੀ ਰਸੀਲੀ ਵਸਤੂ ਹੋਏ, ਮਨੁੱਖ ਛਕਦਾ ਪਿਆ ਹੋਏ ਅਤੇ ਪੇਟ ਭਰ ਜਾਂਦਾ ਹੈ, ਪਰ ਫਿਰ ਵੀ ਜ਼ੁਬਾਨ ਨਹੀਂ ਰਚਦੀ ਹੈ, ਮਨ ਨਹੀਂ ਰਚਦਾ ਹੈ। ਫਿਰ ਕਹਿੰਦਾ ਹੈ ਹੋਰ ਛਕ ਲੈਂਦਾ ਹਾਂ, ਹੋਰ ਛਕ ਲੈਂਦਾ ਹਾਂ, ਪਰ ਫਿਰ ਉਸ ਨੂੰ ਬਦ ਹਜ਼ਮੀ ਹੋ ਜਾਏਗੀ, ਸਰੀਰ ਵਿਕਾਰੀ ਹੋ ਜਾਏਗਾ ਔਰ ਮਨ ਵਿੱਚ ਕਾਮ ਕ੍ਰੀੜਾ, ਇਹ ਜਿਹੜੇ ਕਾਮਕ ਭਾਵਨਾ ਉੱਠ ਆਏਗੀ। ਕਿਉਂ? ਕਿਉਂਕਿ ਭੋਜਨ ਇਹ ਵੀ ਆਪ ਦਾ ਅਸਰ ਰੱਖਦਾ ਹੈ। ਜਿੰਨਾ ਅਸੀਂ ਭਾਰਾ ਭੋਜਨ ਛਕਾਂਗੇ ਉਹਨਾਂ ਮਨ ਬੁੱਧੀ ਭ੍ਰਿਸ਼ਟ ਕਰੇਗਾ, ਉਹਨਾਂ ਸਾਨੂੰ ਉਲਟ ਬੰਨੇ ਖੜੇਗਾ। ਇਸ ਵਾਸਤੇ ਸਤਿਗੁਰੂ ਕਹਿੰਦੇ ਆ ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਇਹ ਪਿਤਾ ਜੀ ਅਸੀਂ ਤਾਂ ਰੱਜੇ ਹੋਏ ਹਾਂ, ਜੇ ਫਿਰ ਵੀ ਖਾਈਏ ਇਹ ਤਾਂ ਆਪਣੇ ਆਪ ਨੂੰ ਖੁਆਰ ਕਰਨਾ ਹੈ, ਖੱਜਲ ਖੁਆਰ ਕਰਨ ਵਾਲੀ ਗੱਲ ਹੈ। ਜਿਤ ਖਾਧੈ ਤਨ ਪੀੜੀ ਹੈ ਮਨ ਮਹ ਚਲੇ ਵਿਕਾਰ। ਜਿਸ ਰਸ ਨੂੰ ਖਾਧਿਆਂ ਹੋਇਆ ਤਨ ਦੁਖੀ ਹੁੰਦਾ ਹੈ, ਕਿਉਂਕਿ ਤੁਸੀਂ ਦੇਖਿਆ ਹੈ ਮਨੁੱਖ ਜਦੋਂ ਸੰਮਿਕ ਭੋਜਨ ਛਕਦਾ ਹੈ, ਜਿੰਨੀ ਕੁ ਲੋੜ ਹੈ ਉਹਨਾਂ ਕੁ ਛਕਿਆ ਭੋਜਨ ਲਾਹੇਵੰਦ ਹੈ, ਉਹ ਅੰਮ੍ਰਿਤ ਵਰਗਾ ਹੈ। ਪਰ ਜਦੋਂ ਅਸੀਂ ਭੋਜਨ ਦੀ ਵਰਤੋਂ ਵਧਾ ਦਿੰਦੇ ਹਾਂ, ਸਰੀਰ ਦੀ ਵਰਤੋਂ ਤੋਂ ਜ਼ਿਆਦਾ ਖਾਵਾਂਗੇ ਤਾਂ ਫਿਰ ਸਰੀਰ ਜਿਹੜਾ ਹੈ ਬਿਮਾਰ ਹੋ ਜਾਏਗਾ, ਫਿਰ ਸਰੀਰ 'ਤੇ ਤਰ੍ਹਾਂ ਤਰ੍ਹਾਂ ਦੇ ਰੋਗ ਆ ਜਾਣਗੇ। ਜਿਤ ਖਾਧੈ ਤਨ ਪੀੜੀ ਹੈ ਮਨ ਮਹਿ ਚਲਹਿ ਵਿਕਾਰ। ਤਨ ਵੀ ਰੋਗੀ ਅਤੇ ਮਨ ਵੀ ਰੋਗੀ, ਮਨ ਵੀ ਉਲਟ ਖਿਆਲਾਂ ਵਾਲਾ ਹੋ ਜਾਏਗਾ। ਇਸ ਵਾਸਤੇ ਇਹ ਪਿਤਾ ਜੀ ਹੁਣ ਸਾਨੂੰ ਛਕਣੇ ਦੀ ਕੋਈ ਲੋੜ ਨਹੀਂ ਹੈ। ਇਹ ਸਤਿਗੁਰਾਂ ਨੇ ਕਿਹਾ ਜਦੋਂ ਚਉਪਈ ਅਸ ਕਹਿ ਸ਼੍ਰੀ ਗੁਰ ਤੂਸ਼ਨ ਠਾਨੀ। ਇਹ ਨਾ ਕਹਿ ਕੇ ਸਤਿਗੁਰੂ ਜੀ ਚੁੱਪ ਠਾਣ ਲਈ ਮਹਾਰਾਜ ਜੀ ਬੋਲ ਨਹੀਂ ਰਹੇ ਕੁਛ ਵੀ, ਬਿਲਕੁਲ ਸ਼ਾਂਤ ਹੋ ਗਏ। ਤਾਂ ਫਿਰ ਪੁਨ ਤ੍ਰਿਪਤਾ ਵਿਖ ਬੋਲੀ ਬਾਣੀ। ਤਦੋਂ ਫਿਰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਐ ਪੁੱਤਰ ਜੇ ਭੋਜਨ ਨਹੀਂ ਛਕਣਾ ਹੈ ਅਤੇ ਫਿਰ ਤੇਰੇ ਵਾਸਤੇ ਨਵੇਂ ਬਸਤਰ ਬਣਵਾ ਕੇ ਲਿਆਂਦੇ ਆ, ਤੂੰ ਬਸਤਰ ਪਹਿਨ ਲਾ। ਕਹਿਣ ਲੱਗੇ ਵੇਖ ਫਕੀਰੀ ਅਬ ਸੁਤ ਤਜੀਏ। ਆਹ ਜਿਹੜਾ ਤੂੰ ਬਸਤਰ ਜੇ ਪਹਿਨੇ ਹੋਏ ਹੈ, ਸਾਗ ਮਰਾਦਾ ਜਾਂ ਚੋਲਾ ਪਾਇਆ ਹੋਇਆ, ਇਹ ਲਾਹ ਦੇ ਹੁਣ ਤੂੰ। ਐ ਨਹੀਂ ਤੈਨੂੰ ਚੰਗਾ ਲੱਗਦਾ ਹੈ ਫਕੀਰਾਂ ਵਾਲਾ ਲਿਬਾਸ। ਕਿਉਂ? ਮਾਂ ਹੈ, ਮਾਂ ਨੂੰ ਪੁੱਤਰ ਆਪਦਾ ਸੋਹਣਾ ਫੱਬਦੇ ਚੰਗਾ ਲੱਗਦਾ ਹੈ, ਉਹਨੂੰ ਤੇ ਨਹੀਂ ਚੰਗਾ ਲੱਗੇਗਾ ਹੁਣ ਇਹੋ ਜਿਹੇ ਬਸਤਰ। ਮਾਤਾ ਨੇ ਕਿਹਾ ਪੁੱਤਰ ਤੂੰ ਇਹ ਜੋ ਫਕੀਰਾਂ ਵਾਲਾ ਲਿਬਾਸ ਪਾਇਆ ਹੈ ਨਾ, ਇਹ ਛੱਡ ਦੇ ਹੁਣ, ਇਹਨੂੰ ਲਾਹ ਦੇ ਹੁਣ। ਨੀਕਰ ਬਸਤਰ ਪਹਿਰ ਤਨ ਸਜੀਏ। ਔਰ ਨਵੇਂ ਬਸਤਰ ਪਾ ਪੁੱਤਰ, ਤੇਰੇ ਵਾਸਤੇ ਮੈਂ ਨਵੇਂ ਬਸਤਰ ਲੈ ਕੇ ਆਈ ਹਾਂ, ਉਹ ਤੂੰ ਪਾ ਅਤੇ ਆਪਦੇ ਤਨ ਨੂੰ ਪੂਰਾ ਸ਼ਿੰਗਾਰ ਲੈ। ਸੁੰਦਰ ਦਸਤਾਰ ਸਜਾ ਉੱਪਰ ਸਿਰ 'ਤੇ ਅਤੇ ਆਪਦੇ ਤਨ ਨੂੰ ਸ਼ਿੰਗਾਰ ਲੈ। ਨਾ ਹੀ ਸੋਹਤ ਇਹ ਤੁਝ ਤਾਈਂ। ਇਹ ਜੋ ਚੋਲਾ ਹੈ ਨਾ ਤੇਰੇ ਤਾਈਂ ਚੰਗਾ ਨਹੀਂ ਲੱਗਦਾ ਹੈ, ਤੂੰ ਸੋਹਣਾ ਸੁਨੱਖਾ ਹੈ, ਤੇਰੀ ਸੁੰਦਰਤਾਈ ਇਸ ਚੋਲੇ ਵਿੱਚ ਲੁਕ ਜਾਂਦੀ ਹੈ। ਮੈਂ ਚਾਹੁੰਦੀ ਹਾਂ ਤੂੰ ਸੁੰਦਰ ਬਸਤਰ ਪਾ, ਤੂੰ ਸ਼ੇਰਵਾਨੀ ਪਾ, ਤੂੰ ਇਹੋ ਜਿਹੇ ਬਸਤਰ ਪਾ ਜਿਸ ਕਰਕੇ ਤੂੰ ਸੁੰਦਰ ਫੱਬੇ। ਮੈਂ ਨਹੀਂ ਚਾਹੁੰਦੀ ਤੂੰ ਹੁਣ ਫਕੀਰ ਬਣਿਆ ਰਹੇ, ਤੂੰ ਹੁਣ ਘਰ ਬਾਰ ਹੀ ਬਣ। ਇਸ ਵਾਸਤੇ ਆਹ ਬਸਤਰ ਉਤਾਰ ਦੇ। ਮਾਨੋ ਕਹਿਓ ਮਾਤ ਬਣ ਜਾਈ। ਮਾਤਾ ਜੀ ਕਹਿਣ ਲੱਗੇ ਪੁੱਤਰ ਮੰਨ ਲੈ ਮੇਰਾ ਬਚਨ, ਤੇਰੇ ਤੋਂ ਮਾਂ ਬਲਿਹਾਰ ਜਾ ਰਹੀ ਹੈ, ਮੇਰਾ ਬਚਨ ਮੰਨ ਲੈ ਮੇਰਾ ਪੁੱਤਰ। ਸੰਤ ਸੁਭਾਏ ਤੁਮਾਰ ਸਦੀਵਾ। ਤੇਰਾ ਸਦਾ ਹੀ ਸੁਭਾਅ ਸੰਤਾਂ ਵਾਲਾ ਹੈ, ਗੁਰਮੁਖਾਂ ਵਾਲਾ ਹੈ, ਤੂੰ ਸਦਾ ਹੀ ਮਹਾਂਪੁਰਸ਼ਾਂ ਵਾਲਾ ਸੁਭਾਅ ਰੱਖਦਾ ਹੈ। ਜਨ ਵਡਿਆਈ ਕੇ ਭਲ ਸੀਵਾ। ਜਿਸ ਕਰਕੇ ਤੈਨੂੰ ਸਾਰੇ ਮਨੁੱਖ ਸਲਾਹੁੰਦੇ ਹੈ। ਤੂੰ ਸਦਾ ਸੰਤ ਸੁਭਾਅ ਵਾਲਾ ਹੈ, ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ ਹੈ, ਸਦਾ ਹੀ ਇੱਕ ਰਸ ਭਗਤੀ ਕਰਦਾ ਰਹਿੰਦਾ ਹੈ, ਮੁਖ ਤੋਂ ਗੁਣਗੁਣਾਉਂਦਾ ਰਹਿੰਦਾ ਹਰ ਵਕਤ, ਹਰ ਵੇਲੇ ਵਾਹਿਗੁਰੂ ਨੂੰ ਯਾਦ ਕਰਦਾ ਰਹਿੰਦਾ ਹੈ। ਇਸ ਕਰਕੇ ਇਹ ਪੁੱਤਰ ਮੇਰੀ ਗੱਲ ਮੰਨ, ਆਹ ਜਿਹੜਾ ਤੂੰ ਬਸਤਰ ਪਹਿਨਿਆ ਹੋਇਆ ਨਾ ਫਕੀਰੀ ਲਿਬਾਸ, ਇਹ ਤਿਆਗ ਦੇ ਹੁਣ ਤੂੰ। ਗੁਰ ਕਹਿ ਨੀਕੇ ਪਟ, ਗੁਰ ਕਹਿ ਨੀਕੇ ਪਟ ਪਧਾਰੇ। ਸਤਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਸੁੰਦਰ ਬਸਤਰ ਪਹਿਲੇ ਪਾਏ ਹੋਏ ਆ, ਹੁਣ ਤੇ ਬਾਪ ਵੀ ਦੇਖਦੇ ਪਏ ਨੇ, ਮਾਤਾ ਵੀ ਦੇਖਦੇ ਪਏ ਨੇ, ਹੋਰ ਮਨੁੱਖ ਵੀ ਦੇਖਦੇ ਪਏ ਨੇ।
ਵੀ ਬਸਤਰ ਤੇ ਉਹ ਹੀ ਪਹਿਨੇ ਹੋਏ ਹੈ, ਸਾਧ ਮੁਰਾਦੇ ਚੋਲਾ ਪਾਇਆ ਹੋਇਆ ਲੰਬਾ, ਬਹੁਤ ਲੰਬਾ ਚੋਲਾ ਪਾਇਆ ਹੈ। ਔਰ ਫਿਰ ਕੋਈ ਜ਼ਿਆਦਾ ਕੋਈ ਕਢਾਈਆਂ ਨਹੀਂ ਕੀਤੀਆਂ ਹੋਈਆਂ ਨੇ, ਬਿਲਕੁਲ ਖੁੱਲ੍ਹ ਡੁੱਲਾ ਚੋਲਾ ਹੈ, ਜਿਸ ਨੂੰ ਆਮ ਮਨੁੱਖ ਪਾ ਕੇ ਭਾਵੇਂ ਕਹੇ ਮੈਂ ਨਹੀਂ ਇਹ ਪਾਉਣਾ ਹੈ, ਪਰ ਸਤਿਗੁਰੂ ਜੀ ਨੇ ਗਰੀਬੀ ਲਿਬਾਸ ਧਾਰਿਆ ਹੋਇਆ ਹੈ। ਚੋਲਾ ਦੇਖ ਕੇ ਤਾਂ ਸਾਰੇ ਇਹ ਗੱਲ ਕਹਿੰਦੇ ਆ ਵੀ ਤੁਸੀਂ ਚੋਲਾ ਲਾ ਦਿਓ, ਪਰ ਸਤਿਗੁਰੂ ਕਹਿੰਦੇ ਅਸੀਂ ਚੋਲਾ ਤੇ ਪਾਇਆ ਹੋਇਆ ਹੈ, ਅਸੀਂ ਸੁੰਦਰ ਬਸਤਰ ਪਾਏ ਹੋਏ ਨੇ। ਕੀ ਕਹਿੰਦੇ, ਜਾਏ ਨਾ ਕਬਹੂ ਰਹਿ ਸ਼ਿੰਗਾਰੇ। ਕਹਿੰਦੇ ਅਸੀਂ ਜਿਹੜੇ ਬਸਤਰ ਪਾਏ ਆ ਨਾ, ਉਹ ਸਦਾ ਸਾਡੇ ਸੰਗ ਰਹਿੰਦੇ ਨੇ, ਉਹ ਬਸਤਰ ਕਦੇ ਉਤਰਦੇ ਹੀ ਨਹੀਂ ਹੈ। ਅਸੀਂ ਇਹੋ ਜਿਹੇ ਬਸਤਰ ਪਾਏ ਹੋਏ ਹੈ। ਹੁਣ ਸਤਿਗੁਰੂ ਜੀ ਅੰਤਰੀਵ ਗੱਲ ਕਰਦੇ ਆ, ਇਹ ਬਾਹਰੀ ਮਨੁੱਖ ਨੂੰ ਨਹੀਂ ਸਮਝ ਲੱਗੇਗੀ, ਕਿਉਂਕਿ ਬਾਹਰ ਅਵਸਥਾ ਬਾਹਰ ਦੀਆਂ ਗੱਲਾਂ ਕਰੇਗੀ, ਪਰ ਸਤਿਗੁਰੂ ਅੰਤਰ ਧਿਆਨ ਹੈ, ਅੰਦਰ ਦੀ ਗੱਲ ਕਰਦੇ ਨੇ। ਸਤਿਗੁਰੂ ਕਹਿ ਲੱਗੇ ਅਸੀਂ ਆਪ ਦੇ ਅੰਦਰ ਇੱਕ ਬਸਤਰ ਪਹਿਨੇ ਹੋਏ ਹੈ। ਹੁਣ ਕੌਣ ਜਾਣੇ ਇਹ ਗੱਲਾਂ, ਹੋਵੇ ਹੈ ਪੁਰਾਤਨ ਸਦਾ ਨਵੀਨ। ਸਦਾ ਹੀ ਉਹ ਜਿਹੜੇ ਬਸਤਰ ਹੈ ਨਾ ਨਵੀਨ ਰਹਿੰਦੇ ਹੈ, ਕਦੇ ਪੁਰਾਣੇ ਨਹੀਂ ਹੁੰਦੇ। ਅਪਰ ਨਾ ਪਹਿਰਨ ਕੋ ਮਨ ਕੀਨੋ। ਇਸ ਵਾਸਤੇ ਇਹ ਪਿਤਾ ਜੀ, ਇਹ ਮਾਤਾ ਜੀ, ਸਾਡਾ ਹੋਰ ਕਿਸੇ ਬਸਤਰ ਪਾਉਣੇ ਨੂੰ ਮਨ ਨਹੀਂ ਕਰਦਾ ਹੈ। ਅਸੀਂ ਉਹ ਬਸਤਰ ਪਾ ਕੇ ਰੱਖਦੇ ਹਾਂ। ਕਾਲੂ ਕਹਿ ਕਹਾ ਤਨ ਧਾਰੇ। ਬਾਬਾ ਕਾਲੂ ਗੁੱਸੇ ਵਿੱਚ ਹੈ ਥੋੜ੍ਹਾ। ਪਹਿਲਾਂ ਸੋਚਦੇ ਆ ਵੀ ਨਾ ਇਹਨੇ ਭੋਜਨ ਛਕਿਆ ਹੈ, ਨਾ ਕੋਈ ਇਹ ਗੱਲ ਕੋਈ ਸਾਡੇ ਸਵਾਦ ਦੀ ਕਰ ਰਿਹਾ ਹੈ, ਹੁਣ ਫਿਰ ਇਹਨੇ ਸਾਡੀ ਗੱਲ ਦੀ ਅਦੂਲੀ ਕਰ ਦਿੱਤੀ ਹੈ। ਬਾਬਾ ਕਾਲੂ ਕਹਿਣ ਲੱਗੇ ਕਿੱਥੇ ਇਹ ਬਸਤਰ ਪਾਏ ਹੋਏ, ਮੈਨੂੰ ਤਾਂ ਦਿਸਦੇ ਨਹੀਂ ਹੈ। ਆਹ ਫਟਿਆ ਪੁਰਾਣਾ ਜਿਹਾ ਚੋਲਾ ਦਿਸਦਾ ਹੈ ਤੇਰਾ, ਹੋਰ ਤਾਂ ਕੁਛ ਦਿਸਦਾ ਨਹੀਂ ਸਾਨੂੰ। ਹਮਨੇ ਤੋਂ ਕਬ ਨਹੀਂ ਨਿਹਾਰੇ। ਅਸੀਂ ਤਾਂ ਤੇਰੇ ਬਸਤਰ ਨਹੀਂ ਦੇਖੇ ਹੈ। ਕਿਹੜੇ ਬਸਤਰ ਪਾਏ ਹੈ ਪੁੱਤਰ, ਤੂੰ ਸਾਨੂੰ ਦੱਸ ਦੇ, ਸਾਨੂੰ ਤਾਂ ਨਜ਼ਰ ਨਹੀਂ ਆਉਂਦੇ ਹੈ। ਸਾਡੀ ਨਿਗਾਹ ਵਿੱਚ ਤਾਂ ਇਹ ਜਿਹੜਾ ਫਟਿਆ ਜਿਹਾ ਚੋਲਾ ਪਾਇਆ ਹੋਇਆ ਹੈ ਤੁਸੀਂ, ਇਹੋ ਨਜ਼ਰ ਆ ਰਿਹਾ ਹੈ। ਜੇ ਪਹਿਲੇ ਤੋਂ ਉੱਪਰ ਹੋਏ, ਜੇ ਪਾਇਆ ਹੋਏ ਚੋਲਾ ਤੇ ਦੂਰੋਂ ਹੀ ਉਹਦੀ ਚਮਕ ਦਮਕ ਨਜ਼ਰ ਆਏ, ਜੇ ਪਾਇਆ ਹੋਏ ਨਵਾਂ ਪੁਸ਼ਾਕਾ ਤੇ ਜ਼ਰੂਰ ਦੂਰੋਂ ਨਜ਼ਰ ਆਉਣਾ ਚਾਹੀਦਾ ਸੀ, ਪਰ ਤੁਸੀਂ ਤੇ ਤਨ 'ਤੇ ਕੋਈ ਪੁਸ਼ਾਕ ਪਹਿਨੀ ਨਹੀਂ ਹੋਈ ਹੈ। ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ। ਜਿਨ੍ਹੇ ਵਿਲੋਕ ਲੈ ਸਭ ਕੋਏ। ਜੇ ਤੁਸੀਂ ਬਸਤਰ ਨਾਲ ਲਿਆਂਦੇ ਹੈ ਤੇ ਫਿਰ ਵੀ ਦੱਸ ਦਿਓ, ਸਾਨੂੰ ਪਾ ਕੇ ਦੱਸ ਦਿਓ, ਜਿਸ ਕਰਕੇ ਅਸੀਂ ਵੇਖ ਕੇ ਕਹਾਂਗੇ ਵੀ ਚਲੋ ਇਹ ਠੀਕ ਹੈ। ਹੋ ਸਕਦਾ ਹੈ ਤੁਸੀਂ ਅੱਜ ਇਹ ਬਸਤਰ ਪਾਏ ਹੈ, ਅੱਗੋਂ ਪਿੱਛੋਂ ਨਵੇਂ ਬਸਤਰ ਪਾਉਂਦੇ ਹੋਵੋਗੇ ਤਾਂ ਇਸ ਤਰ੍ਹਾਂ ਕਹਿੰਦੇ ਹੋ ਸਾਨੂੰ। ਜੇ ਤੁਹਾਡੇ ਕੋਲ ਬਸਤਰ ਹੈ ਤੇ ਹੁਣੇ ਪਾ ਲਓ, ਪਰ ਇਹ ਬਸਤਰ ਹੁਣ ਤੁਸੀਂ ਲਾ ਦਿਓ ਕਿਰਪਾ ਕਰਕੇ। ਇਹ ਬਸਤਰ ਤੁਹਾਨੂੰ ਜੱਚ ਨਹੀਂ ਰਹੇ ਹੈ, ਤੁਹਾਨੂੰ ਫੱਬ ਨਹੀਂ ਰਹੇ ਹਨ। ਜੇ ਪਹਿਰੇ ਤੋਂ ਗਿਰਾ ਪਿਤਾ ਕੀ ਸੁਣ ਗੁਣ ਐਨਾ। ਸਤਿਗੁਰੂ ਜੀ ਨੇ ਪਿਤਾ ਦੇ ਬਚਨ ਸੁਣ ਕੇ ਗੁਣਾਂ ਦੇ ਘਰ ਮਹਾਰਾਜ ਬੋਲਣ ਲੱਗੇ, ਸਮਝਾਵਨ ਹਿਤ ਉਚਰੇ ਬੈਨਾ। ਪਿਤਾ ਨੂੰ ਸਮਝਾਉਣ ਵਾਸਤੇ, ਉਹਨਾਂ ਦੇ ਭਲੇ ਵਾਸਤੇ ਮੋਹ ਨੂੰ ਤੋੜਨ ਵਾਲੇ ਬਚਨ ਬੋਲਦੇ। ਹਿਰਨ ਕੀ ਪਹਿਰਨ ਕੀ ਸਭ ਰੀਤ ਬਤਾਈ। ਕਹਿਣ ਲੱਗੇ ਕਿ ਹੁਣ ਤੁਹਾਨੂੰ ਦੱਸਦੇ ਹਾਂ ਮਨੁੱਖ ਨੂੰ ਕੀ ਪਾਉਣਾ ਯੋਗ ਹੈ ਔਰ ਕੀ ਪਾਉਣਾ ਅਯੋਗ ਹੈ, ਇਹ ਵੀ ਦੱਸਦੇ। ਜਿਸ ਕਰ ਮਨ ਜੇ ਪਰਮ ਗਤ ਪਾਈ, ਜਿਸ ਕਰਕੇ ਮਨੁੱਖ ਪਰਮ ਗਤੀ ਨੂੰ ਪਾ ਲੈਂਦਾ ਹੈ। ਇਹ ਸਤਿਗੁਰੂ ਜੀ ਹੁਣ ਸਾਨੂੰ ਦੱਸਣਗੇ ਕਿਰਪਾ ਕਰਕੇ। ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ। ਕਹਿਣ ਲੱਗੇ ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਅਸੀਂ ਰੱਤੇ ਹੋਏ ਆ ਨਾ, ਇਹ ਅਸੀਂ ਲਾਲ ਰੰਗ ਦੇ ਬਸਤਰ ਪਾਏ ਹੋਏ ਨੇ, ਅਤੇ ਜਿਹੜੇ ਅਸੀਂ ਨਾਮ ਜਪਦੇ ਹਾਂ, ਹੋਰਨਾਂ ਦੇ ਤਾਈਂ ਜਪਾਉਂਦੇ ਹਾਂ, ਨਾਮ ਦਾ ਦਾਨ ਕਰਦੇ ਹਾਂ, ਇਹ ਚਿੱਟੀ ਪੁਸ਼ਾਕ ਅਸੀਂ ਪਾਈ ਹੋਈ ਹੈ। ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਅਤੇ ਜਿਹੜੀ ਨੀਲੇ ਬਸਤਰ ਪਾਉਣੇ ਅਸੀਂ, ਇਹ ਆਪ ਦੇ ਜਿਹੜੇ ਗੁਨਾਹ ਨੇ, ਦੋਸ਼ ਨੇ, ਉਹਨਾਂ ਨੂੰ ਨਾਸ਼ ਕਰਨਾ, ਉਹਨਾਂ ਦੋਸ਼ਾਂ ਨੂੰ ਨਾਸ਼ ਕਰਨ ਰੂਪ ਅਸੀਂ ਆਪ ਦੇ ਤਨ 'ਤੇ ਨੀਲੇ ਬਸਤਰ ਪਾਏ ਹੋਏ ਨੇ। ਫਿਰ ਜਿਹੜੇ ਅਸੀਂ ਪਹਿਰਨ ਪੈਰ ਧਿਆਨ, ਜਿਹੜੇ ਵਾਹਿਗੁਰੂ ਦੇ ਚਰਨ ਹੈ ਨਾ, ਉਹਨਾਂ ਦੇ ਚਰਨਾਂ ਦਾ ਧਿਆਨ ਲਗਾਉਣਾ, ਇਹ ਬਸਤਰ ਅਸੀਂ ਆਪ ਦੇ ਤਨ 'ਤੇ ਪਾਏ ਹੋਏ ਹਨ। ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਅਤੇ ਕਮਰ ਕੱਸਾ ਕਿਹੜਾ ਕਰਦੇ ਹਾਂ ਅਸੀਂ, ਸੰਤੋਖ ਦਾ ਕਮਰ ਕੱਸਾ ਕਰਦੇ ਹਾਂ। ਅਤੇ ਫਿਰ ਧਨ ਜੋਬਨ ਤੇਰਾ ਨਾਮ, ਧਨ ਜਵਾਨੀ ਜਿਹੜੀ ਹੈ ਅਸੀਂ ਨਾਮ ਦੇ ਆਸਰੇ ਬਤੀਤ ਕਰਦੇ ਹਾਂ।
ਵਿਸ਼ੇ ਭੋਗਾਂ ਵਿੱਚ ਨਹੀਂ ਬਤੀਤ ਕਰਦੇ ਹਾਂ। ਜਵਾਨੀ ਨੂੰ ਅਸੀਂ ਵਾਹਿਗੁਰੂ ਦੇ ਲੇਖੇ ਲਾਇਆ ਹੋਇਆ ਹੈ। ਇਹ ਪਿਤਾ ਜੀ, ਇਹ ਮਾਤਾ ਜੀ, ਅਸੀਂ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਕੁਝ ਜਾਣਦੇ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਇਹ ਪਿਤਾ ਜੀ ਹੋਰ ਬਸਤਰ ਪਹਿਨਣੇ, ਜਿਹੜੇ ਬਸਤਰ ਪਹਿਨ ਕੇ ਮਨੁੱਖ ਨੂੰ ਆਪਣਾ ਆਪਾ ਹੀ ਭੁੱਲ ਜਾਏ, ਹੰਕਾਰ ਹੀ ਚੱਕੀ ਫਿਰੇ। ਜਿਸ ਬਸਤਰ ਨੂੰ ਪਾਇਆ ਹੋਇਆ ਕੋਈ ਦੇਖੇ ਉਹਦੇ ਮਨ ਵਿੱਚ ਵਿਕਾਰ ਆ ਜਾਏ, ਜਾਂ ਜਿਸ ਬਸਤਰ ਨੂੰ ਪਾ ਕੇ ਸਾਡਾ ਆਪਣਾ ਮਨ ਹੀ ਮਲੀਨ ਹੋ ਜਾਏ, ਉਹ ਬਸਤਰ ਪਾਉਣ ਦਾ ਕੀ ਲਾਹਾ ਹੈ। ਜੇ ਬਸਤਰ ਪਾਉਂਦਿਆਂ ਸਾਰ ਸਾਨੂੰ ਆਪਣਾ ਆਪ ਹੀ ਭੁੱਲ ਜਾਏ, ਹੰਕਾਰ ਦੀ ਬਦਬੂ ਆਏ, ਉਹ ਬਸਤਰ ਕਾਹਨੂੰ ਪਾਉਣੇ ਚਾਹੀਦੇ ਹੈ। ਬਾਬਾ ਜੀ ਹੋਰ ਬਸਤਰ ਪਾਉਣੇ ਇਹ ਯੋਗ ਨਹੀਂ ਹੈ। ਸਾਧ ਮੁਰਾਦੇ ਰਹਿਣਾ ਚਾਹੀਏ, ਜਿਸ ਕਰਕੇ ਵਾਹਿਗੁਰੂ ਦੀ ਦਰਗਾਹ ਵਿੱਚ ਸੱਚੇ ਹੁੰਦੇ ਹਾਂ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਜਿਹਦੇ ਬਸਤਰ ਪਾਇਆ ਹੋਇਆ ਮਨੁੱਖ ਦੀ ਬੁੱਧੀ ਭ੍ਰਿਸ਼ਟ ਹੁੰਦੀ ਹੈ, ਜਿਸ ਬਸਤਰ ਪਾਇਆ ਹੋਇਆ ਵਿਕਾਰ ਬੁੱਧੀ ਹੁੰਦੀ ਹੈ ਔਰ ਕਾਮੁਕਤਾ ਫੈਲਦੀ ਹੈ, ਉਹ ਬਸਤਰ ਕਿਉਂ ਪਾਉਣੇ ਚਾਹੀਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਅੰਮ੍ਰਿਤਮਈ ਉਪਦੇਸ਼ ਸਾਨੂੰ ਬਖਸ਼ਿਆ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਅੱਗੇ ਬਾਬਾ ਕਲਿਆਣ ਦਾਸ ਜੀ ਕਹਿਣਗੇ, ਫਿਰ ਤੁਸੀਂ ਫੌਜ ਵਿੱਚ ਭਰਤੀ ਹੋ ਜਾਓ, ਸੈਨਿਕ ਬਣ ਜਾਓ। ਤਾਂ ਫਿਰ ਸਤਿਗੁਰੂ ਅੱਗੇ ਹੋਰ ਬਾਣੀ ਰਾਹੀਂ ਮਾਂ ਬਾਪ ਨੂੰ ਸੰਬੋਧਨ ਕਰਨਗੇ। ਉਹ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸੁਣਾਂਗੇ। ਤੁਸ਼ ਬੁੱਧੀ ਨਾਲ ਵਿਚਾਰਾਂ ਦੀ ਬੇਨਤੀਆਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਆਪ ਸਾਰੀ ਸੰਗਤ ਦਾ, ਸੇਵਾਦਾਰਾਂ ਦਾ, ਪ੍ਰਬੰਧਕਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਸੋ ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।